ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ ਏਐਮ ਐਫਐਮ ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ ਤੇ ਯੂਟਿਊਬ ਤੇ ਸੁਣ ਰਹੇ ਹੋ ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਸਾਲ 2023 ਦੀ 1 ਫਰਵਰੀ ਹੈ ਤੇ ਦਿਨ ਬੁੱਧਵਾਰ ਹੈ। ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਗਾ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ, ਫਿਰ ਕਰਾਂਗੇ ਕਿ ਅਹਿਮ ਖਬਰਾਂ ਨੂੰ ਲੈ ਕੇ ਚਰਚਾ। ਮਿੰਟੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ, ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਯੂਐਸ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਟੌਰਨੀ ਟਰਕੀਆਨਾ ਦੇ ਨਾਲ ਤੁਸੀਂ 415 909 0503 ਤੇ ਗੱਲ ਕਰ ਸਕਦੇ ਹੋ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਰੈਂਟਨ, ਸਰਬਜੀਤ ਸਿੰਘ ਸ਼ੋਕ ਟਰਲਕ ਜੀਐਨ ਲੂਪ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਾਨੀਲਾ ਦੀ। ਨਿਮਾ ਸੋਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ 209 277 0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਮੋਦੀ ਸਰਕਾਰ ਦੇ ਬਜਟ ਤੋਂ। ਮੋਦੀ ਸਰਕਾਰ ਦਾ ਬਜਟ ਪੇਸ਼ ਹੋ ਗਿਆ ਜੀ। ਬਜਟ ਤੋਂ ਪਹਿਲਾਂ ਕਾਫੀ ਦਾਅਵੇ ਤੇ ਕਾਫੀ ਭਰੋਸੇ ਲੋਕਾਂ ਨੂੰ ਦਿੱਤੇ ਗਏ ਸੀ। ਕੀ ਕਹਿੰਦਾ ਜੀ ਬਜਟ? ਦੇਖੋ, ਇਹ ਜਿਹੜਾ ਬਜਟ ਸੀਗਾ, ਇੱਕ ਤੇ ਇਹ ਹੈ ਕਿ ਮੋਦੀ ਸਰਕਾਰ ਦਾ ਜਿਹੜਾ ਦੂਸਰਾ ਮੋਦੀ ਦਾ ਕਾਰਜਕਾਲ ਹੈ, ਹਾਂਜੀ, ਉਹਦਾ ਇਹ ਫੁੱਲ ਫਲੈਜਡ ਆਖਰੀ ਬਜਟ ਹੈ। ਬਜਟ ਹੈ ਜਿਹੜਾ ਕਿ ਅੱਜ ਪੇਸ਼ ਕਰ ਦਿੱਤਾ ਗਿਆ। ਜੀ, ਕਿਉਂਕਿ ਅਗਲੇ ਸਾਲ ਇਲੈਕਸ਼ਨ ਹੋਣਗੇ ਤਾਂ ਉਹ ਕਹਿ ਲਓ ਕਿ ਪੂਰਾ ਬਜਟ ਨਹੀਂ ਹੁੰਦਾ, ਉਹ ਇੱਕ ਤਰ੍ਹਾਂ ਨਾਲ ਕਹਿ ਲਓ ਇੰਟਰਮ ਹੁੰਦਾ ਹੈ। ਜੀ, ਤਾਂ ਖੈਰ ਦੇਖੋ, ਇਸ ਬਜਟ ਦੇ ਵਿੱਚ ਸਰਕਾਰ ਦੇ ਸਾਹਮਣੇ ਪਹਿਲਾਂ ਤਾਂ ਚੈਲੰਜ ਸਨ। ਚੈਲੰਜ ਇਹ ਹੈ ਕਿ ਫਿਸਕਲ ਡੈਫਿਸਿਟ ਤੁਸੀਂ ਕੀ ਘਟਾਓਗੇ? ਜੀ, ਜੇ ਘਟਾਓਗੇ ਤਾਂ ਫਿਰ ਤੁਹਾਡਾ ਗਰੋਥ ਸਲੋ ਡਾਊਨ ਉਹ ਵੇਖਣ ਨੂੰ ਮਿਲੇਗਾ। ਇਹ ਸਾਰਾ ਕੁਝ ਸੀ। ਤਾਂ ਦੇਖੋ, ਅਰਥ ਨੀਤੀ ਤੇ ਰਾਜਨੀਤੀ ਇਹਦੇ ਵਿਚਾਲਿਓਂ ਲੰਘਣਾ ਸੀ ਇਹਨਾਂ ਨੇ। ਤਾਂ ਦੋਹਾਂ ਨੂੰ ਹੀ ਮਤਲਬ ਕਿ ਨਾਲ ਲੈ ਕੇ ਇਹਨਾਂ ਦੇ ਵਿਚਾਲਿਓਂ ਤੁਰੇ ਜਾਣਾ ਸੀਗਾ ਕਿ ਦੋਨੇ ਨਾਲ ਹੀ ਨਾਲ ਹੀ। ਤਾਂ ਇਹਨਾਂ ਨੇ ਇਹੀ ਕੀਤਾ। ਅਰਥ ਨੀਤੀ ਵੀ ਹੈ ਇਹਦੇ ਚ, ਰਾਜਨੀਤੀ ਵੀ ਆ। ਰਾਜਨੀਤੀ ਕਿੱਦਾਂ ਹੈ? ਦੇਖੋ, ਲੰਮਾ ਚੌੜਾ ਹੋ ਜਾਂਦਾ ਹੈ। ਜੇ ਬਜਟ ਦਾ ਵਿਸ਼ਲੇਸ਼ਣ ਕਰਨਾ ਹੋਵੇ, ਖਾਸਾ ਟਾਈਮ ਚਾਹੀਦਾ, ਤੁਹਾਡੇ ਕੋਲ ਬਹੁਤ ਸਾਰੇ ਫੈਕਟ ਫਿਗਰ ਹੋਣੇ ਚਾਹੀਦੇ ਨੇ। ਪਰ ਇਹਨੂੰ ਸੰਖੇਪ ਚ ਸਮਝਣਾ ਹੋਵੇ, ਫਿਸਕਲ ਡੈਫਿਸਿਟ ਬਾਰੇ ਉਹਨਾਂ ਨੇ ਕਿਹਾ ਕਿ ਦੇਖੋ 6.5 ਤੋਂ ਅਸੀਂ ਇਹਨੂੰ ਲਿਆਵਾਂਗੇ 4.5। ਇਹਦਾ ਮਤਲਬ ਕਿ ਫਿਸਕਲ ਡੈਫਿਸਿਟ ਘਟ ਰਿਹਾ ਹੈ। ਫਿਸਕਲ ਡੈਫਿਸਿਟ ਕੀ ਹੈ ਕਿ ਭਾਈ ਜੋ ਆਮਦਨੀ ਹੈ ਤੁਹਾਡੀ ਉਹਦੇ ਮੁਤਾਬਕ ਖਰਚ। ਤਾਂ ਇਹ GDP ਦਾ ਇਹ ਕਹਿਣਗੇ ਕਿ ਅਸੀਂ ਹੁਣ 4.5% ਫਿਸਕਲ ਡੈਫਿਸਿਟ ਰੱਖਾਂਗੇ। ਯਾਨੀ ਇਹ ਇੱਕ ਤਰ੍ਹਾਂ ਨਾਲ ਜਿਹੜਾ ਕਿਹਾ ਜਾ ਰਿਹਾ ਸੀਗਾ ਕਿ 5 ਦੇ ਆਸ-ਪਾਸ ਇਹਨਾਂ ਨੂੰ ਰੱਖਣਾ ਚਾਹੀਦਾ। ਵੈਸੇ ਤੇ ਇਹਨਾਂ ਨੇ ਇਹਦੇ ਚ ਆਲਾ ਤਰੀਨ ਕੰਮ ਕੀਤਾ ਸੀ ਪਹਿਲਾਂ। ਫਿਸਕਲ ਡੈਫਿਸਿਟ ਬਹੁਤ ਥੱਲੇ ਆ ਗਿਆ ਸੀਗਾ। ਫਿਰ ਹੋਇਆ ਕੀ ਸੀਗਾ ਕਿ ਕੋਵਿਡ ਆ ਗਿਆ। ਕੋਵਿਡ ਤੋਂ ਬਾਅਦ ਫਿਰ ਮਾਮਲਾ ਸ਼ੂਟ ਅਪ ਹੋ ਗਿਆ। ਹੁਣ ਫਿਰ ਬਿਹਤਰ ਕਰ ਰਹੇ ਨੇ, ਪਰ ਗੱਲ ਇਹ ਆ ਕਿ ਹਾਲੇ ਵੀ ਬਹੁਤ ਵੱਡੀ ਰਕਮ ਬੋਰੋ ਕਰਨੀ ਪਵੇਗੀ। ਕਿਉਂਕਿ ਫਿਸਕਲ ਡੈਫਿਸਿਟ ਦਾ ਇੱਥੇ ਇਹੀ ਪੰਗਾ ਸੀਗਾ ਕਿ ਫਿਸਕਲ ਡੈਫਿਸਿਟ ਜੇ ਤੁਸੀਂ ਵਧਾਉਂਦੇ ਹੋ ਤਾਂ ਤੁਹਾਡਾ ਇੰਟਰਸਟ ਵੀ ਵਧੇਗਾ, ਬੋਰਿੰਗ ਵੀ ਵਧੇਗੀ ਤੁਹਾਡੀ। ਤਾਂ ਫਿਰ ਜਦੋਂ ਤੁਸੀਂ ਬੋਰੋ ਕਰੋਗੇ ਉਹਦਾ ਇੰਟਰਸਟ ਜਾਏਗਾ ਤਾਂ ਤੁਹਾਡਾ ਆਟੋਮੈਟਿਕਲੀ ਜਿਹੜਾ ਬਜਟ ਹੈ ਗੜਬੜਾ ਜਾਏਗਾ। ਹੁਣ ਜੇ ਤੁਸੀਂ ਨਹੀਂ ਸੀ ਕਰਦੇ ਤਾਂ ਫਿਰ ਤੁਹਾਡਾ ਜਿਹੜਾ ਗਰੋਥ ਸਲੋ ਡਾਊਨ ਪੱਕਾ ਸੀਗਾ। ਇਹਨਾਂ ਨੇ ਕੀ ਕੀਤਾ ਕਿ ਫਿਸਕਲ ਡੈਫਿਸਿਟ ਦਾ ਵੀ ਕਹਿ ਦਿੱਤਾ ਕਿ ਅਸੀਂ 4.5 ਤੱਕ ਰੱਖਾਂਗੇ, ਪਰ ਜਿਹੜਾ ਸਾਡੇ ਹੈਗਾ ਕੈਪੀਟਲ ਐਕਸਪੈਂਡੀਚਰ ਜਿਹਨੂੰ ਕਹਿੰਦੇ ਸਰਕਾਰ ਦਾ, ਉਹ ਇਹਨਾਂ ਨੇ ਚੱਕ ਕੇ ਤਕਰੀਬਨ 30 ਤੋਂ 35% ਵਧਾ ਦਿੱਤਾ। ਕਹਿੰਦੇ ਜੀ ਅਸੀਂ 10 ਲੱਖ ਕਰੋੜ ਤੱਕ ਲੈ ਜਾਵਾਂਗੇ। ਇਹ ਬਹੁਤ ਵੱਡੀ ਰਕਮ ਹੈ। ਤਾਂ ਮਤਲਬ ਕਿ ਹੁਣ ਸਮਝ ਆ ਗਿਆ ਹੋਵੇਗਾ ਤੁਹਾਨੂੰ ਕਿ ਫਿਸਕਲ ਡੈਫਿਸਿਟ ਵੀ ਕਹਿ ਦਿੱਤਾ ਕਿ ਠੀਕ ਹੈ। ਇਹ ਚੈਲੰਜ ਸੀ ਕਿ ਫਿਸਕਲ ਡੈਫਿਸਿਟ ਘਟਾਓਗੇ ਕਿ ਵਧਾਓਗੇ? ਕਹਿੰਦੇ ਜੀ ਆਪਾਂ ਘਟਾਵਾਂਗੇ। ਅੱਛਾ, ਫਿਰ ਤੁਸੀਂ ਖਰਚ ਵਧਾਓਗੇ ਕਿ ਘਟਾਓਗੇ? ਖਰਚਾ ਫਿਰ ਤੁਸੀਂ ਹੱਥ ਕੁੱਟੋਗੇ। ਜੇ ਹੱਥ ਕੁੱਟੋਗੇ ਤਾਂ ਰੁਜ਼ਗਾਰ ਮਰੇਗਾ, ਡਿਵੈਲਪਮੈਂਟ ਘਟੇਗੀ। ਤਾਂ ਕਹਿੰਦੇ ਕਿ ਨਹੀਂ, ਆਪਾਂ ਤੁਹਾਨੂੰ 30% ਐਕਸਟਰਾ ਦੇ ਦਿੰਦੇ ਹਾਂ। ਗੱਲ ਖਤਮ ਹੋ ਗਈ।
ਹੁਣ ਜੀ ਕਿੱਥੋਂ ਅਰੇਂਜਮੈਂਟ ਹੋਏਗਾ ਇਹ ਤਾਂ ਦੇਖਦੇ ਆ। ਇਹ ਤਾਂ ਕਿਉਂਕਿ ਤਜਵੀਜ਼ਾਂ ਹੁੰਦੀਆਂ ਨੇ ਬਜਟ ਦੀਆਂ, ਉਹ ਸਾਹਮਣੇ ਰੱਖ ਦਿੰਦੇ ਨੇ ਦੇਸ਼ ਦੇ। ਫਿਰ ਦੂਜੀ ਗੱਲ ਜਿਹੜੀ ਇਸ ਮਾਮਲੇ ਦੇ ਵਿੱਚ ਅਰਥ ਨੀਤੀ ਤੇ ਰਾਜਨੀਤੀ ਵਾਲੀ ਜਿਹੜੀ ਆਪਾਂ ਗੱਲ ਕਹਿ ਰਹੇ ਹਾਂ ਕਿ ਇਨਫਲੇਸ਼ਨ ਨੂੰ ਇਹਨਾਂ ਨੇ ਨਹੀਂ ਛੂਇਆ, ਜਿਹੜੀ ਕਿ ਪਿਛਲੇ ਸਾਲ ਬਹੁਤ ਜ਼ਿਆਦਾ ਮਾਰ ਕਰ ਗਈ। ਉਹਦੇ ਜੀ ਬਾਰੇ ਹਾਲੇ ਕੋਈ ਮਤਲਬ ਕਿ ਮੈਂ ਤਾਂ ਜਿੰਨਾ ਕੁ ਇਹ ਖੰਗਾਲਿਆ ਕਿਤੇ ਨਜ਼ਰ ਨਹੀਂ ਆਈ। ਤਾਂ ਇਨਫਲੇਸ਼ਨ ਨੇ ਪਿਛਲੇ ਸਾਲ ਇੱਥੇ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਤਾਂਡਵ ਮਚਾਇਆ ਸੀਗਾ, ਕਿਉਂਕਿ ਜੋ ਸਾਡਾ ਤੈਅ ਟੀਚਾ ਉਹਦੇ ਤੋਂ ਇਨਫਲੇਸ਼ਨ ਜਿਹੜਾ ਅੱਗੇ ਗਿਆ ਸਾਡੇ ਆਲਮੋਸਟ ਕਹਿ ਲਓ ਕਿ 7 ਤੱਕ, ਫਿਰ ਅਬਵ 6 ਤਾਂ ਰਿਹਾ ਹੀ ਰਿਹਾ। ਹੂੰ ਹੁਣ ਇਹ ਆ ਕਿ ਜੇ ਮਹਿੰਗਾਈ ਵੱਧਦੀ ਆ ਤਾਂ ਫਿਰ ਤੁਹਾਡੀ ਕੰਜ਼ੰਪਸ਼ਨ ਜਿਹੜੀ ਆ ਉਹ ਘਟਦੀ ਆ, ਤਾਂ ਡਿਮਾਂਡ ਤੁਹਾਡੀ ਘਟ ਆਉਂਦੀ ਹੈ, ਤੁਹਾਡੀ ਫਿਰ ਮਤਲਬ ਕਿ ਮੈਨੂਫੈਕਚਰਿੰਗ ਵੀ ਘਟ ਜਾਂਦੀ ਆ। ਤਾਂ ਇਹ ਦਿੱਕਤਾਂ ਹੁੰਦੀਆਂ ਨੇ। ਸੋ ਲਿਹਾਜ਼ਾ ਇਹਦੇ ਤੇ ਤਾਂ ਬਹੁਤਾ ਨਹੀਂ, ਕਿਉਂਕਿ ਠੀਕ ਹੈ ਸਾਡੀ ਦੂਸਰੀ ਇਨਫਲੇਸ਼ਨ ਜਿਹੜੀ ਆ ਆਮ ਜੀ CPI ਜਿਹਨੂੰ ਕਹਿ ਦਿੰਦੇ ਆ, ਉਹ ਤਾਂ ਬੇਸ਼ੱਕ ਡਾਊਨ ਆਈ ਹੈ, ਪਰ ਸਾਡਾ ਜਿਹੜਾ ਕੋਰ ਇਨਫਲੇਸ਼ਨ ਹੈ ਉਹ ਹਾਲੇ ਵੀ ਬਹੁਤ ਜ਼ਿਆਦਾ ਹੈ। ਕੋਰ ਇਨਫਲੇਸ਼ਨ ਮਾਨੇ ਕਿ ਜਿੱਦਾਂ ਲਾ ਲਓ ਤੇਲ ਕੱਢ ਦਿਓ, ਉਹਦੇ ਚੋਂ ਫੂਡ ਕੱਢ ਦਿਓ, ਤਾਂ ਫਿਰ ਜਿਹੜਾ ਬਚਿਆ ਮਹਿੰਗਾਈ ਦਾ ਇੰਡੈਕਸ ਹੋਏਗਾ ਉਹਨੂੰ ਆਪਾਂ ਕਹਿ ਦਿਆਂਗੇ ਕੋਰ ਇਨਫਲੇਸ਼ਨ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਚੀਜ਼ ਛੱਡ ਦਿੱਤੀ ਗਈ। ਹੁਣ ਦੇਖੋ ਜਿੱਥੇ ਚੰਗੇ ਵੈਸੇ ਤਾਂ ਕੱਲਾ ਤੁਸੀਂ ਦੇਖੋਗੇ ਕੱਲਾ ਕੱਲਾ ਨੁਕਤਾ ਤਾਂ ਬਹੁਤ ਟਾਈਮ ਲੱਗ ਜਾਏਗਾ। ਮੈਂ ਤੁਹਾਨੂੰ ਓਵਰਵਿਊ ਦੇ ਰਿਹਾ ਤਾਂ ਕਿ ਸਮਝ ਲੱਗ ਜੇ ਤੁਹਾਨੂੰ ਇੱਥੇ ਬੈਠਿਆਂ ਨੂੰ ਕਿ ਇੰਡੀਆ ਜੀ ਦਾ ਬਜਟ ਆਇਆ ਕਿੱਦਾਂ, ਤੁਸੀਂ ਆਪ ਹਿਸਾਬ ਲਾ ਲੈਣਾ। ਹੂੰ ਤਾਂ ਇਨਫਲੇਸ਼ਨ ਨੂੰ ਬਹੁਤਾ ਨਹੀਂ ਮਤਲਬ ਕਿ ਰੱਖਿਆ ਗਿਆ ਕਿ ਹਾਂ ਬਈ ਜੇ ਕੱਚੇ ਤੇਲ ਦੀਆਂ ਕੀਮਤਾਂ ਵੱਧਦੀਆਂ ਨੇ ਕੱਲ ਨੂੰ ਤਾਂ ਉਹਦੇ ਲਈ ਕੀ ਤਿਆਰੀ ਹੈ ਵਗੈਰਾ ਵਗੈਰਾ, ਉਹ ਸਾਰੀਆਂ ਚੀਜ਼ਾਂ ਮਤਲਬ ਕਿ ਹਾਲੇ ਨਹੀਂ ਹੈਗੀਆਂ। ਸਿਰਫ ਤੇ ਸਿਰਫ ਇਹੀ ਹੈ ਕਿ ਅਰਥਨੀਤੀ ਤੇ ਨਾਲ ਰਾਜਨੀਤੀ ਦੋਏ ਚੀਜ਼ਾਂ ਨਾਲੋਂ ਨਾਲ। ਤਾਂ ਖੈਰ ਫਿਰ ਅਗਲਾ ਕਿ ਐਕਸਪੋਰਟ ਐਕਸਪੋਰਟ ਤੇ ਇਹਨਾਂ ਨੇ ਕੁਛ ਮਤਲਬ ਕਿ ਜ਼ੋਰ ਦਿੱਤਾ ਹੈ, ਕਿਉਂਕਿ IMF ਦਾ ਅੰਕੜਾ ਆਪਾਂ ਕੱਲ ਦੱਸਿਆ ਸੀਗਾ। ਜੀ IMF ਨੇ ਕੀ ਕਿਹਾ ਕਿ ਇੰਡੀਆ ਟੌਪਰ, ਚਾਈਨਾ ਬਈ ਇਹ ਦੋਨੇ ਮਤਲਬ ਕਿ ਬੜੀ ਤਗੜੀ ਦਿਖਾਉਣਗੇ ਗਰੋਥ। ਪਰੰਤੂ ਰੌਲਾ ਕੀ ਹੈ ਕਿ ਪੂਰੀ ਦੁਨੀਆ ਦਾ ਜਿਹੜਾ ਗਰੋਥ ਰੇਟ ਉਹਨਾਂ ਨੇ ਕੱਢਿਆ ਸੀਗਾ ਉਹ 2.9 ਆ। ਮਤਲਬ ਕਿ ਸਾਰੀ ਦੁਨੀਆ 'ਚ ਜਿਹੜੀ ਮੰਦੀ ਆ ਉਹ ਰਹੇਗੀ, ਜ਼ਿਆਦਾਤਰ ਦੇਸ਼ਾਂ 'ਚ ਹੋ ਸਕਦਾ ਰਿਸੈਸ਼ਨ ਆ ਜਾਵੇ। ਤਾਂ ਜੀ ਜਦੋਂ ਗਾਂ ਫਿਰ ਡਿਮਾਂਡ ਘਟ ਜਾਏਗੀ ਤਾਂ ਫਿਰ ਐਕਸਪੋਰਟ ਵੀ ਤੁਹਾਡੇ ਘਟਣਗੇ। ਤਾਂ ਐਕਸਪੋਰਟ ਦਾ ਜਿਹੜਾ ਪਹਿਲਾਂ ਹੀ ਖੱਪਾ ਬਹੁਤ ਜ਼ਿਆਦਾ, ਉਹ ਮੈਂ ਜੇ ਭੁੱਲਾਂ ਨਾ ਤੇ ਦਸੰਬਰ ਦੇ ਵਿੱਚ ਉਹ ਬੇਸ਼ੱਕ ਪਹੁੰਚਿਆ 32.4 ਬਿਲੀਅਨ ਤੇ, ਪਰੰਤੂ ਉਹ ਨਵੰਬਰ ਦੇ ਮੁਕਾਬਲੇ ਠੀਕ ਹੈ 7.5% ਵੱਧ ਜਾਂਦਾ ਹੈ, ਪਰ ਪਿਛਲੇ ਸਾਲ ਦੇ ਦਸੰਬਰ ਨਾਲ ਜੇ ਕੰਪੇਅਰ ਕਰੋਗੇ ਤਾਂ ਉਹ 12% ਘੱਟ ਹੈ। ਤਾਂ ਇਹ ਹੈ ਕਿ ਐਕਸਪੋਰਟ ਵੀ ਕੋਈ ਮਤਲਬ ਕਿ ਠੋਸ ਨਹੀਂ। ਹਾਂ ਇਹਨਾਂ ਨੇ ਇੱਕ ਬਹੁਤ ਵੱਡਾ ਕੰਮ ਕੀਤਾ ਕਿ ਜਿਹੜੇ ਇੱਥੇ ਹੁੰਦੇ ਆ ਸਾਡੇ ਜਿੱਦਾਂ MSME ਵਾਲੇ, ਹਾਂਜੀ ਜਿਨ੍ਹਾਂ ਨੂੰ ਆਪਾਂ ਕਹਿ ਲਈਏ ਕਿ ਜਿਹੜੇ ਛੋਟੇ ਉਦਯੋਗ, ਦਰਮਿਆਨੇ ਉਦਯੋਗ ਜਾਂ ਮਾਈਕਰੋ ਉਦਯੋਗ, ਤਾਂ ਉਹ ਇੰਡਸਟਰੀ ਵਾਸਤੇ ਇਹਨਾਂ ਨੇ ਦਿਲ ਖੋਲ ਕੇ ਪੈਸਾ ਰੱਖ ਦਿੱਤਾ ਹੈ। ਤਕਰੀਬਨ ਮੇਰੇ ਖਿਆਲ ਦੇ ਨਾਲ ਉਹ ਕਈ ਲੱਖ ਕਰੋੜ ਰੁਪਏ ਚ ਬਣਦਾ ਹੈ। ਉਹਦੇ ਵਾਸਤੇ ਕੀ ਹੈ ਕਿ ਨਵੇਂ ਸਟਾਰਟਅਪ, ਉਹਦੇ ਲਈ ਜੇ ਤੁਸੀਂ ਲੁਧਿਆਣਾ ਦੇਖੋਗੇ ਤਾਂ ਬੜਾ ਝੂਮ ਉੱਠਿਆ, ਝੂਮ ਬਰਾਬਰ ਝੂਮ, ਉਹ ਬੜਾ ਝੂਮ ਉੱਠਿਆ। ਕਾਰਨ ਇਹੀ ਹੈ ਕਿ ਸਟਾਰਟਅਪ ਲਈ ਪੈਸਾ ਵਾਧੂ, ਉਹ ਕਹਿੰਦੇ ਲੈ ਲਓ, ਜੀ ਲੋਨ ਵਾਧੂ ਰੱਖ ਦਿੱਤਾ ਉਹਨਾਂ ਨੇ, ਜੀ ਬੜੀ ਮੋਟੀ ਰਕਮ ਰੱਖੀ ਹੈ, ਜੇ ਮੈਂ ਨਹੀਂ ਭੁੱਲਦਾ ਤਾਂ ਸ਼ਾਇਦ 20 ਲੱਖ ਕਰੋੜ ਰੁਪਇਆ ਜਾਂ ਕੁਝ ਹੋਰ ਵੀ ਹੋ ਸਕਦਾ ਰਕਮ, ਮੈਨੂੰ ਐਗਜ਼ੈਕਟ ਯਾਦ ਨਹੀਂ ਹੈ ਕਿਉਂਕਿ ਇਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਮੂੰਹ ਜ਼ਬਾਨੀ ਦੱਸ ਰਿਹਾ, ਮੈਂ ਜੋ ਵੀ ਪੜ੍ਹਿਆ। ਜੀ ਜੀ ਤਾਂ ਉਹ ਮਤਲਬ ਕਿ ਐਗਜ਼ੈਕਟ ਫਿਗਰ ਨਾ ਵੀ ਤੁਸੀਂ ਰੱਖੋ ਯਾਰ, ਤਾਂ ਬਹੁਤ ਮੋਟਾ ਪੈਸਾ ਰੱਖ ਦਿੱਤਾ ਤਾਂ ਕਿ ਉਹ ਜਿਹੜੀ ਬੈਕਬੋਨ ਹੈ ਉਹ ਸਲਾਮਤ ਰਹੇ। ਦੂਜੀ ਚੀਜ਼ ਜਿਹੜੀ ਹੈ ਕਿ ਉਦਯੋਗਾਂ ਵਾਸਤੇ ਮਤਲਬ ਕਿ ਜਿੱਦਾਂ ਇੱਕ ਇੰਡੀਆ ਦੇ ਵਿੱਚ ਇਹ ਵੀ ਸੁਜੈਸ਼ਨ ਆ ਰਿਹਾ ਸੀਗਾ ਕਿ ਤੁਸੀਂ ਅਨਇਕੁਐਲਿਟੀ ਵਾਸਤੇ, ਨਾ ਬਰੋਬਰਤਾ ਵਾਸਤੇ ਕਿ ਵੈਲਥ ਟੈਕਸ ਲਾ ਦਿਓ ਬਹੁਤ ਅਮੀਰ ਬੰਦਿਆਂ ਵਾਸਤੇ। ਉਹ ਵੈਲਥ ਟੈਕਸ ਮਤਲਬ ਕਿ ਨਹੀਂ, ਕੋਈ ਉਹਦੇ ਤੇ ਕੋਈ ਸੁਣਵਾਈ ਨਹੀਂ। ਸੈਕੰਡ ਚੀਜ਼, ਕਾਰਪੋਰੇਟ ਤੇ ਕੋਈ ਵੱਡਾ ਟੈਕਸ ਨਹੀਂ, ਸਗੋਂ ਪਿਛਲੇ ਸਮੇਂ 'ਚ ਦੇਖਿਆ ਤਾਂ ਕਾਰਪੋਰੇਟ ਟੈਕਸ ਘਟ ਗਏ ਸੀਗੇ। ਇਸ ਤੋਂ ਇਲਾਵਾ ਜਿਹੜੇ ਮਤਲਬ ਕਿ ਕਹਿ ਲਓ ਕਿ ਬਹੁਤ ਵੱਡੇ ਵੱਡੇ ਪੈਕੇਜ ਲੈਂਦੇ ਨੇ, ਜਿਨ੍ਹਾਂ ਦੇ 50 ਲੱਖ ਤੋਂ ਸ਼ੁਰੂ ਹੁੰਦੇ ਆ ਜਾਂ ਕਮਾਈ ਹੈ, ਹਾਂਜੀ ਉਹਨਾਂ ਨੂੰ ਵੀ ਟੈਕਸਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਜਾਂ ਟੈਕਸ ਤੇ ਸਰਚਾਰਜ ਲੱਗਦੇ ਆ ਉਹਨਾਂ ਦੀ ਵੀ ਛੋਟ ਹੋ ਗਈ। ਔਰ ਸਭ ਤੋਂ ਵੱਡੀ ਗੱਲ, ਹੁਣ ਮਿਡਲ ਕਲਾਸ ਤੇ ਆ ਜਾਓਗੇ ਤਾਂ ਇਹ ਮਤਲਬ ਕਿ ਉਦਯੋਗ ਨੂੰ ਵੀ ਇਹਨਾਂ ਨੇ ਦੇ ਦਿੱਤਾ,
ਸਾਰਾ ਕੁਝ ਓਵਰਵਿਊ ਵੀ ਆਪਾਂ ਲੈ ਲਿਆ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਮਤਲਬ ਕਿਸੇ ਵੱਡੇ ਉਦਯੋਗ ਤੇ ਕੋਈ ਟੈਕਸ ਵਗੈਰਾ ਨਹੀਂ ਲਾਇਆ, ਉਲਟਾ ਸਗੋਂ ਇਹਨਾਂ ਨੇ ਕੁਝ ਹੋਰ ਜਿਹੜੇ ਇਨਸੈਂਟਿਵ ਦਿੰਦੇ ਨੇ ਉਹ ਵੀ ਰੱਖੇ ਨੇ ਆਪਣੀ ਮੈਨੂਫੈਕਚਰਿੰਗ ਵਧਾਉਣ ਵਾਸਤੇ। ਅੱਛਾ, ਅੱਗੇ ਜੇਕਰ ਤੁਸੀਂ ਆਓਗੇ ਤਾਂ ਸਭ ਤੋਂ ਵੱਡਾ ਤੋਹਫਾ ਦਿੱਤਾ ਗਿਆ ਮਿਡਲ ਕਲਾਸ ਨੂੰ, ਕਿਉਂਕਿ ਅੱਗੇ ਇੱਥੇ ਸਾਰੀਆਂ ਛੂਟਾਂ ਪਾ ਕੇ ਮਤਲਬ ਕਿ 5 ਲੱਖ ਤੱਕ ਇਨਕਮ ਟੈਕਸ 'ਚ ਛੂਟ ਸੀਗੀ, ਉਹ ਹੁਣ ਇਹਨਾਂ ਨੇ ਕਰ ਦਿੱਤੀ ਆ ਤਕਰੀਬਨ ਲਾ ਲਓ 7 ਲੱਖ। 7 ਲੱਖ ਤੱਕ ਕੋਈ ਟੈਕਸ ਨਹੀਂ। ਗਾਂ ਸਲੈਬਾਂ 'ਚ ਚੇਂਜ ਆ ਗਿਆ, ਮਤਲਬ ਕਿ ਜੇ ਤੁਹਾਡੀ 10 ਲੱਖ ਸੈਲਰੀ ਹੈ, 10 ਲੱਖ ਆਮਦਨ ਆ, ਤਾਂ ਤੁਹਾਡਾ ਟੈਕਸ ਕੁੱਲ ਮਿਲਾ ਕੇ 52,000 ਬਣੇਗਾ। ਉਹ ਤੋਂ ਗਾਂ ਫਿਰ ਵੱਧਦੇ ਜਾਣਗੇ। ਤਾਂ ਮਤਲਬ ਇਹਦੇ ਤੇ ਲੋਕ ਖੁਸ਼ ਹੋ ਗਏ ਕਿ 7 ਲੱਖ ਦੇ ਦਾਇਰੇ 'ਚ ਜਿਹੜੇ ਆਉਣ ਵਾਲੇ ਆ ਉਹ ਖੁਸ਼ ਨੇ ਕਿ ਯਾਰ ਠੀਕ ਆ। ਔਰ ਜਿਹੜਾ 10 ਲੱਖ ਕਮਾਉਂਦਾ ਉਹਦੇ ਵਾਸਤੇ 50,000 ਰੁਪਇਆ ਕੱਢਣਾ ਟੈਕਸ ਕੋਈ ਔਖਾ ਵੀ ਨਹੀਂ। ਇਹਦੇ ਤੇ ਆਪਾਂ ਅੱਗੇ ਗੱਲ ਕੀਤੀ ਸੀ, ਪਰ ਮੇਰਾ ਫਿਰ ਵੀ ਮੰਨਣਾ ਹੈ ਕਿ 10 ਲੱਖ ਤੱਕ ਸੌਖਾ ਟੈਕਸ ਹੋਣਾ ਚਾਹੀਦਾ। 5-10% ਵੱਧ ਤੋਂ ਵੱਧ ਠੀਕ ਆ। ਉਹ ਵੀ 7 ਲੱਖ ਫ੍ਰੀ ਹੈ, ਉਤਲੇ 3 ਲੱਖ ਨੂੰ ਤੁਸੀਂ ਪੈਸੇ ਲਾ ਲਓ ਕਿ ਹਾਂ ਕਿੰਨੇ ਬਣਦੇ ਆ, 5-10% ਲਾਓ ਤਾਂ ਉੱਤੋਂ ਗਾਂ ਫਿਰ ਚੱਕੀ ਚੱਲੋ ਸਲੈਬ। ਹਾਲਾਂਕਿ ਫਿਰ ਵੀ ਮੈਂ ਕਹਾਂਗਾ ਕਿ ਰਾਹਤ ਹੈ। ਫਿਰ ਅਗਲਾ ਵਰਗ ਇਹਨਾਂ ਨੇ ਜਿਹੜਾ ਕਹਿ ਲਓ ਕਿ ਖੁਸ਼ ਕੀਤਾ, ਉਹ ਔਰਤਾਂ ਵਾਸਤੇ ਇਹਨਾਂ ਨੇ ਸਨਮਾਨ ਪੱਤਰ ਲਿਆਂਦਾ ਕਿ ਤੁਸੀਂ ਬਈ ਲੈ ਲਓ 2 ਲੱਖ ਦਾ ਸਨਮਾਨ ਪੱਤਰ ਹੋਏਗਾ, ਤੁਹਾਨੂੰ 7.5% ਜਿਹੜੀ ਹੈ ਉਹਦੇ ਤੇ ਇੰਟਰਸਟ ਰੇਟ ਮਿਲੇਗੀ। ਫਿਰ ਇਸ ਤੋਂ ਇਲਾਵਾ ਬਜ਼ੁਰਗਾਂ ਨੂੰ ਵੀ ਰਾਹਤ ਦਿੱਤੀ ਹੈ। ਫਿਰ ਅੱਗੇ ਆ ਜਾਓਗੇ ਤਾਂ ਖੇਤੀ ਵਾਸਤੇ ਵੀ ਇਹਨਾਂ ਨੇ ਖਾਸਾ ਪੈਸਾ ਰੱਖ ਦਿੱਤਾ ਹੈ। ਇਹਦੇ ਵਿੱਚ ਵੀ ਬਹੁਤ ਮੋਟੀ ਰਕਮ ਰੱਖੀ ਗਈ ਹੈ ਕਿ ਕਿਸਾਨਾਂ ਵਾਸਤੇ ਤਕਰੀਬਨ ਇਹਨਾਂ ਨੇ 1.5 ਲੱਖ ਕਰੋੜ ਵਧਾਇਆ। ਸਟਾਰਟਅਪਸ ਦੇ ਲਈ ਅਲੱਗ ਤੋਂ ਫੰਡ ਹੈ। ਇਹਨਾਂ ਨੇ ਕੀ ਕੀਤਾ ਕਿ ਜਿੱਦਾਂ ਬਾਗਬਾਨੀ ਹੈ ਉਹਦੇ ਵਾਸਤੇ ਅਲੱਗ ਤੋਂ 2200 ਕਰੋੜ ਰੁਪਈਆ ਰੱਖਿਆ। ਫਿਰ ਜੇ ਤੁਸੀਂ ਦੇਖੋਗੇ ਤਾਂ ਜੋ ਪਸ਼ੂ ਪਾਲਣ ਆ ਗਿਆ, ਜਿਹਦੇ ਚ ਮੱਛੀ ਪਾਲਣ ਆ ਗਿਆ, ਉਹਦੇ ਵਾਸਤੇ ਵੀ ਖਾਸਾ ਵੱਡਾ ਇਹਨਾਂ ਨੇ ਰੱਖਿਆ ਹੈ। ਇਹ ਤਕਰੀਬਨ ਕਹਿ ਲਓ ਕਿ 20 ਲੱਖ ਕਰੋੜ ਹੈ ਜੀ। ਇਹ ਲੋਨ ਜਿਹੜੇ ਸਾਰੇ ਇਧਰ ਖਰਚ ਕਰਨੇ ਨੇ। ਇਸ ਤੋਂ ਇਲਾਵਾ ਸਟਾਰਟਅਪ ਵਾਸਤੇ ਵੀ ਇਹਨਾਂ ਨੇ ਐਲਾਨ ਕੀਤਾ ਕਿ ਜੇ ਕੋਈ ਐਗਰੀਕਲਚਰ ਇੰਡਸਟਰੀ ਦੇ ਵਿੱਚ ਨਵਾਂ ਸਟਾਰਟਅਪ ਦਾ ਮਤਲਬ ਕਹਿੰਦਾ ਨਵਾਂ ਬਿਜ਼ਨਸ, ਤਾਂ ਉਹਦੇ ਵਾਸਤੇ ਛੂਟਾਂ ਨੇ। ਬਾਕੀ ਇਹਨਾਂ ਨੇ ਮੋਟੇ ਅਨਾਜ ਵਾਸਤੇ ਕਿਹਾ ਕਿ ਅਸੀਂ ਜੋ ਇੰਸਟੀਚਿਊਟ ਆਫ ਮਿਲਟਸ ਨੇ ਉਹ ਬਣਾਵਾਂਗੇ। ਸੋ ਇਸ ਤਰ੍ਹਾਂ ਖਾਦ ਬੀਜ ਦੀ ਜਾਣਕਾਰੀ ਦੇਣ ਲਈ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਉਹ ਸਾਰਿਆ ਜਾਏਗਾ। ਇਸ ਤਰ੍ਹਾਂ ਸਾਰਾ ਕੁਝ ਮਤਲਬ ਕਿ ਖੇਤੀ 'ਚ ਕੋਈ ਵੱਡੀ ਯੋਜਨਾ ਨਹੀਂ ਉਲੀਕੀ, ਪਰ ਫਿਰ ਵੀ ਇਹਨਾਂ ਨੇ ਐਮਐਸਪੀ ਲਈ ਰੱਖਿਆ ਕਿ ਐਮਐਸਪੀ ਮਿਲਦੀ ਰਹੇਗੀ, ਪਰ ਮਿਲੇਗੀ ਉਦਾਂ ਹੀ ਜਿੱਦਾਂ ਖਾਤਿਆਂ 'ਚ ਜਾਂਦੀ ਹੈ। ਸੋ ਕੁੱਲ ਮਿਲਾ ਕੇ ਕਿਸਾਨਾਂ ਨੂੰ ਇਹਨਾਂ ਨੇ ਕਹਿ ਲਓ ਕਿ ਬਹੁਤਾ ਕੁਛ ਨਹੀਂ ਦਿੱਤਾ। ਹਾਂ, ਲੋਨ ਵਗੈਰਾ ਜਿਹੜੇ ਉਹ ਵਧਾ ਦਿੱਤੇ, ਜਿਹਦੇ 'ਚ ਮੱਛੀ ਪਾਲਣ ਵੀ ਆ ਗਿਆ, ਜਿਵੇਂ ਮੈਂ ਤੁਹਾਨੂੰ ਦੱਸਿਆ ਡੇਅਰੀ ਫਾਰਮਿੰਗ ਵੀ ਆ ਗਿਆ। ਤਾਂ ਉਹ ਸਾਰਾ ਕੁਛ ਹੈ, ਉਹਦੇ 'ਚ ਖਾਸਾ ਪੈਸਾ ਰੱਖ ਦਿੱਤਾ। ਅਦਰਵਾਈਜ਼ ਕੋਈ ਵੱਡੀ ਇਹਨਾਂ ਨੇ ਮਤਲਬ ਰਾਹਤ ਨਹੀਂ ਦਿੱਤੀ ਜਾਂ ਕੋਈ ਰਿਆਇਤ ਨਹੀਂ ਦਿੱਤੀ, ਜਿਵੇਂ ਕਰਜ਼ਾ ਮਾਫੀ ਵਾਲਾ ਜਾਂ ਕੁਛ ਐਸਾ ਵੈਸਾ ਕੱਖ ਨਹੀਂ ਹੈ। ਤਾਂ ਇਹ ਹੈ ਕੁੱਲ ਮਿਲਾ ਕੇ। ਹਾਲਾਂਕਿ ਕੁਛ ਕਟੌਤੀਆਂ ਵੀ ਨੇ, ਜਿੱਦਾਂ ਲਾ ਲਓ ਕਿ ਜਿਹੜੀ ਪ੍ਰਧਾਨ ਮੰਤਰੀ ਸਿੰਜਾਈ ਯੋਜਨਾ ਉਹਦੇ 'ਚ ਕੱਟ ਹੈ ਜੀ, ਉਹਦੇ 'ਚ ਕੱਟ ਲੱਗਿਆ। ਕੱਟ ਅਲੱਗ ਤੋਂ ਨੇ, ਉਹ ਮਨਰੇਗਾ 'ਚ ਵੀ ਕੱਟ ਲੱਗਿਆ, ਹੋਰ ਵੀ ਕਈ ਸਕੀਮਾਂ 'ਚ ਕੱਟ ਲੱਗਿਆ। ਤਾਂ ਹੈਲਥ 'ਚ ਥੋੜਾ ਵਧਾਇਆ ਇਹਨਾਂ ਨੇ, ਸਿੱਖਿਆ 'ਚ ਥੋੜਾ ਵਧਾਇਆ, ਪਰ ਉਹ ਨਾਕਾਫੀ ਹੈ। ਸਿੱਖਿਆ ਦਾ ਜਿਹੜਾ ਬਜਟ ਆ ਉਹ ਗਿਆ ਤਕਰੀਬਨ 1,12,000 ਕਰੋੜ। ਸਿਹਤ ਹੈ ਜਿਹੜਾ ਉਹ ਗਿਆ 99,000 ਕਰੋੜ। ਮਤਲਬ ਕਿ ਥੋੜਾ ਵਾਧਾ ਹੈ। ਹਾਲਾਂਕਿ ਨੌਜਵਾਨਾਂ ਨੂੰ ਖੁਸ਼ ਕਰਨ ਦਾ ਯਤਨ ਕੀਤਾ ਗਿਆ, ਆਦਿਵਾਸੀਆਂ ਲਈ ਸਕੂਲਾਂ ਦਾ ਯਤਨ ਕੀਤਾ ਗਿਆ। ਇਸ ਤਰ੍ਹਾਂ ਮਤਲਬ ਕਿ ਸਾਰੇ ਵਰਗਾਂ ਨੂੰ ਥੋੜਾ ਖੁਸ਼ ਕਰਨ ਦਾ ਯਤਨ ਕੀਤਾ ਗਿਆ। ਪਰ ਇਹ ਨਹੀਂ ਹੈ ਕਿ ਆਪਾਂ ਕਹਿ ਸਕਦੇ ਕਿ ਬਿਲਕੁਲ ਇਹ ਨਖਿੱਧ ਬਜਟ ਹੈ। ਮੇਰੇ ਤੋਂ ਤਾਂ ਏਦਾਂ ਬਈ ਝੂਠ ਨਹੀਂ ਇੱਕ ਸਾਈਡ ਲੈ ਕੇ ਮਾਰਿਆ ਜਾਂਦਾ। ਐਵਰੇਜ ਬਜਟ ਕਹਿ ਸਕਦੇ ਹਾਂ ਕਿ ਸਾਰੇ ਵਰਗਾਂ ਨੂੰ ਕੁਛ ਨਾ ਕੁਛ ਦੇਣ ਦਾ ਯਤਨ ਕੀਤਾ ਜਾ ਰਿਹਾ। ਤੇ ਉਹਦੇ ਚੋਂ ਕਿੰਨੇ ਸਫਲ ਹੁੰਦੇ ਉਹ ਤਾਂ ਚਲੋ ਵੋਟਾਂ ਵੇਲੇ ਦੱਸਿਆ ਜਾਏਗਾ। ਤਾਂ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਅਰਥਨੀਤੀ ਤੇ ਰਾਜਨੀਤੀ ਨਾਲ ਲੈ ਕੇ ਚੱਲੇ ਨੇ। ਵੋਟਾਂ ਵਾਲਾ ਵੀ ਕੰਮ ਦੇਖਿਆ ਸਾਰਾ ਕੁਝ। ਵੱਡੇ ਕੋਈ ਮਤਲਬ ਕਿ ਗਿਫਟ ਵੀ ਨਹੀਂ ਦਿੱਤੇ। ਹਾਂ, ਕਟੌਤੀਆਂ ਵੀ ਕੀਤੀਆਂ ਨੇ, ਕੁਛ ਚੀਜ਼ਾਂ ਦੇ ਵਿੱਚ ਰਿਆਇਤਾਂ ਵੀ ਆਈਆਂ ਨੇ, ਜਿੱਦਾਂ ਸਿਗਰਟ ਵਗੈਰਾ ਜਿਹੜਾ ਉਹ ਮਹਿੰਗਾ ਕਰ ਦਿੱਤਾ। ਫਿਰ ਮੋਬਾਈਲ ਵਗੈਰਾ ਜਿਹੜੇ ਨੇ ਉਹ ਸਸਤੇ ਹੋ ਗਏ। ਇਸ ਤਰ੍ਹਾਂ ਜੇ ਕੋਈ ਜਿੱਦਾਂ ਚਿਮਨੀਆਂ ਆਉਂਦੀਆਂ ਨੇ ਬਾਹਰੋਂ, ਆ ਜਿਹੜੀਆਂ ਰਸੋਈਆਂ 'ਚ ਲੱਗਦੀਆਂ, ਇਹ ਮਹਿੰਗੀਆਂ ਹੋ ਗਈਆਂ। ਗੋਲਡ ਮਹਿੰਗਾ ਹੋ ਗਿਆ। ਤਾਂ ਕੁਛ ਚੀਜ਼ਾਂ ਤੇ ਕਹਿ ਲਓ ਮਹਿੰਗਾਈ ਜਿਹੜੀ ਆ ਉਹ ਵਧਾ ਦਿੱਤੀ ਨੇ, ਤੇ ਕੁਛ ਤੇ ਥੋੜੀ ਰਿਆਇਤ ਦੇ ਦਿੱਤੀ ਹੈ। ਜਿਵੇਂ ਮੋਬਾਈਲ ਹੈ,
ਟੈਲੀਵਿਜ਼ਨ ਆ, ਇਹਨਾਂ ਚੀਜ਼ਾਂ ਤੇ ਥੋੜੀ ਰਹਿਤ ਵੀ ਆ ਗਈ। ਜੀ, ਜੀ। ਬਜਟ ਤੇ ਅਲੱਗ-ਅਲੱਗ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ, ਆਪਣੀਆਂ ਟਿੱਪਣੀਆਂ ਵੀ ਕੀਤੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਿੰਟੂ ਜੀ ਕਹਿ ਰਹੇ ਨੇ, ਉਹ ਕਹਿੰਦੇ ਕਿ ਜੋ ਪੰਜਾਬ ਨੂੰ ਉਮੀਦ ਸੀ ਉਹ ਨਹੀਂ ਮਿਲਿਆ। ਉਹ ਕਹਿੰਦੇ ਸਰਹੱਦੀ ਜ਼ਿਲ੍ਹਿਆਂ ਦੇ ਲਈ ਇੰਡਸਟਰੀਅਲ ਪਾਰਕ ਦੇ ਲਈ 2500 ਕਰੋੜ ਰੁਪਈਆ ਮੰਗਿਆ ਸੀ, ਨਹੀਂ ਮਿਲਿਆ। ਪਰਾਲੀ ਨਾ ਸਾੜਨ ਦੇ ਲਈ ਕਿਸਾਨਾਂ ਦੀ ਮਦਦ ਲਈ 1125 ਕਰੋੜ ਮੰਗੇ ਸੀ, ਉਹ ਨਹੀਂ ਮਿਲੇ। ਸੰਵੇਦਨਸ਼ੀਲ ਜਿਹੜੇ ਸਰਹੱਦੀ ਇਲਾਕੇ ਆ ਉੱਥੇ ਪੁਲਿਸਿੰਗ ਉੱਤੇ ਖਰਚ ਕਰਨ ਦੇ ਲਈ 1000 ਕਰੋੜ ਰੁਪਈਆ ਮੰਗਿਆ ਸੀ, ਨਹੀਂ ਮਿਲਿਆ। ਅੰਮ੍ਰਿਤਸਰ, ਨਵੀਂ ਦਿੱਲੀ, ਬਠਿੰਡਾ, ਨਵੀਂ ਦਿੱਲੀ ਤੱਕ ਵੰਦੇ ਮਾਤਰਮ ਵੰਦੇ ਭਾਰਤ ਟ੍ਰੇਨ ਮੰਗੀ ਸੀ, ਨਹੀਂ ਮਿਲੀ। ਰਾਜਪੁਰਾ ਚੰਡੀਗੜ੍ਹ ਦੇ ਵਿਚਾਲੇ ਰੇਲਵੇ ਲਿੰਕ ਜਿਹੜਾ ਕਿ ਆਪਾਂ ਅਕਸਰ ਚਰਚਾ ਕਰਦੇ ਰਹਿੰਦੇ ਹਾਂ, ਉਹਦੇ ਵਿੱਚ ਇਹ ਵੀ ਕਿਹਾ ਗਿਆ ਸੀਗਾ ਕਿ ਅਸੀਂ ਜ਼ਮੀਨ ਤੁਹਾਨੂੰ ਮੁਹੱਈਆ ਕਰਵਾਵਾਂਗੇ, ਉਹ ਵੀ ਨਹੀਂ ਮਿਲਿਆ। ਹੁਣ ਇਹਦੇ 'ਚੋਂ ਪਰਾਲੀ ਜਿਹੜਾ ਸਾੜਨ ਵਾਲਾ ਮਸਲਾ, ਉਹਦੇ 'ਚ ਤਾਂ ਕੈਪਟਨ ਦੇ ਰਾਜ ਦੇ ਵਿੱਚ ਤੁਹਾਨੂੰ ਪਤਾ ਹੈ ਪੈਸੇ ਆਏ ਵੀ ਸੀ ਕੇਂਦਰ ਵੱਲੋਂ, ਪਰ ਖਰਚੇ ਨਹੀਂ ਗਏ। ਉਸ ਘੁਟਾਲੇ ਦੀ ਵੀ ਜਾਂਚ ਹੋ ਰਹੀ ਹੈ। ਪਰ ਜਿਹੜੇ ਪੰਜਾਬ ਸਰਕਾਰ ਦੇ ਦੂਜੇ ਮੰਤਰੀ ਨੇ ਹਰਪਾਲ ਸਿੰਘ ਚੀਮਾ, ਉਹ ਕਹਿੰਦੇ ਸਾਨੂੰ ਉਮੀਦਾਂ ਬਹੁਤ ਸੀ, ਪਰ ਉਮੀਦਾਂ ਕਿਤੇ ਨਾ ਕਿਤੇ ਸਾਡੀਆਂ ਟੁੱਟੀਆਂ ਵੀ। ਜੀ। ਇਹ ਦੇਖੋ ਕੱਲੇ-ਕੱਲੇ ਸਟੇਟ ਨੂੰ ਥੋੜੀ ਨਾ ਇੰਨਾ ਹੂੰ, ਏਦਾਂ ਪੈਸਾ ਦੇਣਗੇ ਹਜ਼ੂਰ, ਜੀ। ਇਹ ਤਾਂ ਸਾਰੇ ਕਹਿਣਗੇ। ਹੂੰ, ਕੱਲੇ-ਕੱਲੇ ਸਟੇਟ ਨੂੰ ਥੋੜਾ ਏਦਾਂ ਮਿਲਦਾ ਪੈਸਾ, ਹੂੰ, ਇਹ ਤਾਂ ਉਹ ਗੱਲਾਂ ਕਰਦੇ ਆ। ਠੀਕ ਆ, ਸਰਹੱਦੀ ਵਿਕਾਸ ਵਾਸਤੇ ਪੈਕੇਜ ਜਿਹੜਾ ਉਹ ਦਿੱਤਾ ਜਾ ਸਕਦਾ ਹੈ। ਹੂੰ, ਹੂੰ, ਫਿਰ ਜੇ ਪੁਲਿਸ ਰਿਫਾਰਮਸ ਦੀ ਇਹ ਗੱਲ ਕਰਦੇ ਨੇ, ਤਾਂ ਹੂੰ, ਉਹ ਜਦੋਂ ਵੀ ਹੋਏਗਾ ਇੱਕ ਸਟੇਟ ਦਾ ਥੋੜੀ ਨਾ ਹੋਏਗਾ। ਹੂੰ, ਠੀਕ ਹੈ। ਪੁਲਿਸ ਦਾ ਆਧੁਨਿਕੀਕਰਨ ਕਰਨਾ ਹਜ਼ੂਰ, ਤੁਸੀਂ ਮੈਨੂੰ ਦੱਸੋ ਕਿ ਇੱਕ ਸਟੇਟ ਦਾ ਥੋੜੀ ਕਰੋਗੇ ਉਹ। ਜੀ। ਫਿਰ ਤਾਂ ਸਾਰੀਆਂ ਸਟੇਟਾਂ ਨੂੰ ਕਹਿਣਗੇ ਕਿ ਇੰਨਾ ਤੁਹਾਨੂੰ ਦਿੰਦੇ ਆ, ਆਹ ਸ਼ੇਅਰ ਤੁਸੀਂ ਪਾ ਲਓ ਵਿੱਚ। ਹੂੰ, ਤਾਂ ਗੱਲ ਇਹ ਆ ਕਿ ਹੁਣ ਸਿੱਧਾ ਪੈਕੇਜ ਜਾਂ ਤਾਂ ਪੰਜਾਬ ਨੂੰ ਸਪੈਸ਼ਲ ਸਟੇਟਸ ਦੇ ਕੇ ਫਿਰ ਪੈਕੇਜ ਲਿਆ ਜਾ ਸਕਦਾ ਹੈ। ਹੂੰ, ਗੱਲ ਇਹ ਆ ਕਿ ਤੁਸੀਂ ਹੁਣ ਕੁਝ ਚੀਜ਼ਾਂ ਠੀਕ ਹੈ ਗਿਣਾ ਦਿੱਤੀਆਂ, ਜੀ, ਜੀ। ਪਰ ਇਹਦੇ ਵਿੱਚ ਮੈਨੂੰ ਦੱਸੋ ਕਿ ਜਿਹੜਾ ਰਾਜਪੁਰੇ ਵਾਲਾ ਇਹ ਹੂੰ, ਰੇਲ ਪ੍ਰੋਜੈਕਟ ਅੜਿਆ ਕਾਤੋਂ ਹੈ? ਅੜਿਆ ਕਾਤੋਂ ਹੈ? ਕਿਉਂਕਿ ਜੀ, ਜ਼ਮੀਨ ਐਕਵਾਇਰ ਨਹੀਂ ਕਰਕੇ ਦੇ ਰਹੇ ਜੀ, ਜੀ। ਹੁਣ ਕਹਿੰਦੇ ਅਸੀਂ ਦੇਵਾਂਗੇ ਕਰਕੇ ਆਪਣੀਆਂ। ਐਕਵਾਇਰ। ਗੱਲ ਇਹ ਆ, ਜ਼ਮੀਨ ਪੰਜਾਬ 'ਚ ਜ਼ਮੀਨ ਐਕਵਾਇਰ ਕਰਨੀ ਪ੍ਰਵੀਨ ਜੀ ਜੀ, ਜੀ। ਏਦਾਂ ਆ ਜਿੱਦਾਂ ਬਿਨਾਂ ਹੱਥਾਂ ਪੈਰਾਂ ਤੋਂ ਮਾਊਂਟ ਐਵਰੈਸਟ ਚੜ੍ਹਨਾ। ਹੂੰ, ਜ਼ਮੀਨ ਐਕਵਾਇਰ ਛੇਤੀ ਏਦਾਂ ਹੁੰਦੀ ਨਹੀਂ ਹੈ। ਹੁੰਦੀ ਜ਼ਮੀਨ ਨਹੀਂ ਹੈ, ਐਕਵਾਇਰ ਬਿਲਕੁਲ। ਇੱਥੇ ਤਾਂ ਬਹੁਤ ਸਾਰੇ ਪ੍ਰੋਜੈਕਟ ਲੇਟ ਚੱਲ ਰਹੇ ਆ। ਹੂੰ, ਤੁਸੀਂ ਜ਼ਮੀਨ ਐਕਵਾਇਰ ਕਰੋ। ਹੂੰ, ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ ਤਕਰੀਬਨ ਨੇਪਰੇ ਚੜਾ ਲਿਆ ਸੀ, ਪਰ ਜਦੋਂ ਪੰਜਾਬ ਸਰਕਾਰ ਦਾ ਜਿਹੜਾ ਤੁਸੀਂ ਦੂਰ ਨਾ ਜਾਓ, ਤੁਹਾਡੇ ਪਿੰਡ ਵਾਲੀ ਸੜਕ ਹੈ ਮੁਕਤਸਰ ਵਾਲੀ। ਹਾਂਜੀ, ਅੱਛਾ, ਜੀ। ਗਡਕਰੀ ਨੇ ਬਿਆਨ ਦਿੱਤਾ ਹੋਇਆ। ਹੂੰ, ਅੱਛਾ, ਉੱਥੇ ਉਹਨੇ ਪੋਲ ਖੋਲੀ ਕਿ ਇਹ ਜੰਗਲਾਤ ਵਾਲੀ ਐਨਓਸੀ ਨਹੀਂ ਦੇਣ ਡਿਆ ਸਾਨੂੰ। ਹੂੰ, ਜੀ। ਕੀ ਕਰੋਗੇ ਤੁਸੀਂ? ਕੀ ਤਾਂ ਕਰੋਗੇ? ਗੱਲਾਂ ਇਹ ਨੇ ਕਿ ਠੀਕ ਆ, ਕੋਈ ਵੀ ਵਿਰੋਧੀ ਧਿਰ ਕਦੇ ਕਿਸੇ ਬਜਟ ਨੂੰ ਸੁਪਰ ਹਿੱਟ ਨਹੀਂ ਕਹਿੰਦੀ। ਹੂੰ, 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 ਆਪਾਂ ਓਵਰਵਿਊ ਦਿੱਤਾ ਇੰਡੀਆ ਦੇ ਲਿਹਾਜ਼ ਨਾਲ, ਹੂੰ, ਹੂੰ, ਤੁਸੀਂ ਹੂੰ। ਗੱਲ ਕੀਤੀ ਪੰਜਾਬ ਦੇ ਲਿਹਾਜ਼ ਨਾਲ। ਹਾਂਜੀ, ਹਾਂਜੀ, ਬਿਲਕੁਲ। ਪੰਜਾਬ ਦਾ ਤਾਂ 11,000 ਕਰੋੜ ਰੁਪਈਆ ਖੁਦ ਕੇਂਦਰ ਨੇ ਦੇਣਾ। ਦੇਣਾ ਬਿਲਕੁਲ, ਬਿਲਕੁਲ। ਜੀ। ਜਿਹੜੀ ਕੁੱਲ ਦੇਣਦਾਰੀ ਆ, ਚਾਹੇ ਇਨਪੁਟ ਕ੍ਰੈਡਿਟ ਟੈਕਸ ਦਾ ਹੋਵੇ, ਹੂੰ, ਚਾਹੇ ਉਹ ਲਾ ਲਓ ਰੂਰਲ ਡਿਵੈਲਪਮੈਂਟ ਫੰਡ ਦਾ, ਹੂੰ, ਸਾਨੂੰ ਤਾਂ ਸਾਡਾ ਉਹ ਤਾਂ ਦੇਵੇ ਪਹਿਲਾਂ। ਹੂੰ, ਜੀ। ਜਿਹੜਾ ਪੈਕੇਜ ਹੈ, ਪੈਕੇਜ ਤਾਂ ਉਹੀ ਜਾਂ ਤਾਂ ਹੁਣ ਸਾਰੇ ਸਟੇਟਾਂ ਨੂੰ ਅਲੱਗ-ਅਲੱਗ ਤੋਂ ਦੇਈ ਜਾਣ, ਹੂੰ, ਫਿਰ ਆਪਾਂ ਨੂੰ ਵੀ ਮਿਲੇਗਾ, ਹੂੰ, ਜਾਂ ਤਾਂ ਆਪਾਂ ਨੂੰ ਨਾ ਦੇਣ, ਦੂਜਿਆਂ ਨੂੰ ਦੇ ਦੇਣ। ਹੂੰ, ਜੇ ਸਪੈਸ਼ਲ ਪੈਕੇਜ ਲੈਣਾ ਜ਼ਰੂਰ ਤਾਂ ਸਟੇਟਸ ਦੇ ਤਹਿਤ ਮਿਲੇਗਾ ਤੁਹਾਨੂੰ, ਜੀ। ਕਿ ਹਾਂ ਬਈ ਬਾਰਡਰ ਏਰੀਆ ਇਹਨਾਂ ਨੂੰ ਸਟੇਟਸ ਦੇ ਕੇ, ਇਹ ਬਾਰਡਰ ਏਰੀਆ ਸਰਹੱਦੀ ਏਰੀਆ ਤਾਂ ਇੰਨੀ ਡਿਵੈਲਪਮੈਂਟ ਜ਼ਰੂਰੀ ਹੈ। ਹੂੰ, ਸੋ ਹਮੇਸ਼ਾ ਇਹ ਪੱਤਰ ਲਿਖੇ ਜਾਂਦੇ ਨੇ, ਜੀ। ਚਿੱਠੀਆਂ ਲਿਖੀਆਂ ਜਾਂਦੀਆਂ, ਮੰਗ ਕੀਤੀ ਜਾਂਦੀ ਹੈ, ਹੂੰ, ਪਰ ਉਹਨਾਂ ਨੇ ਇੰਨਾ ਜ਼ਰੂਰ ਆ ਕਿ ਥੋੜਾ ਬਹੁਤਾ ਮੈਂ ਸਮਝਦਾ ਕਿ ਜੋ ਕਰ ਸਕਦੇ ਸੀ ਉਹ ਨਹੀਂ ਕੀਤਾ। ਹੂੰ, ਜੀ, ਜੋ ਜੀ, ਜੀ। ਸਟੇਟਾਂ ਵਾਸਤੇ ਹੋਰ ਕਰ ਸਕਦੇ ਸੀ, ਉਹਨਾਂ ਨੇ ਕੇਂਦਰੀ ਨੀਤੀਆਂ 'ਚ ਹੀ ਲਿਆ ਕੇ ਸਾਰਾ ਕੁਝ ਸਮੇਟਿਆ। ਉਹ ਹੂੰ, ਤੁਹਾਨੂੰ ਪੈਸਾ ਫੜਾ ਕੇ ਗੱਲ ਸੁਣੋ, ਉਹ ਤੁਹਾਡੀ ਬੱਲੇ-ਬੱਲੇ ਕਿਉਂ ਕਰਾਉਣਗੇ? ਜੀ। ਉਹ ਲਿਆ ਰਹੇ ਨੇ, ਉਹਨਾਂ ਨੇ ਵਰਗਾਂ ਨੂੰ, ਮੈਂ ਤੁਹਾਨੂੰ ਦੱਸਿਆ ਨਾ ਕਿ ਬਜਟ ਜਿਹੜਾ ਹੈ ਉਹ ਉਹਨਾਂ ਨੇ ਸਾਰੇ ਵਰਗਾਂ ਦੇ ਮੱਦੇਨਜ਼ਰ ਬਣਾਇਆ ਹੈ ਕਿ ਅਸੀਂ ਕੱਲ ਨੂੰ 2024 ਦਾ ਵੋਟ ਲੈਣਾ ਹੈ। ਵੋਟ ਜੀ। ਮੁਖੀ ਰਾਜਨੀਤੀ ਆ। ਤਾਂ ਇੱਥੇ ਜੇ ਪੰਜਾਬ ਵਾਸਤੇ ਕੋਈ ਪੈਕੇਜ ਵਗੈਰਾ ਲੈਣਾ ਹੈ ਤਾਂ ਉਹਦੇ ਲਈ ਮੈਨੂੰ ਇਹ ਲੱਗਦਾ ਆ ਕਿ ਦੇਖੋ ਉਹ ਤਾਂ ਇੱਕ ਖੁੱਲੇ ਰੂਪ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਐਸੀ ਸ਼ੇਡ ਹੋਏਗੀ ਕਿ ਫਿਰ ਬੰਗਾਲ ਕਹੇਗਾ ਮੈਨੂੰ ਵੀ ਦਿਓ, ਜਿਹਦੀ ਡਿਮਾਂਡ ਉਹ ਕਰਦਾ। ਜੀ। ਇੱਕ ਵਾਰੀ ਉਹ ਲੈ ਵੀ ਗਏ ਸਨ, ਮਮਤਾ ਬੈਨਰਜੀ ਲੈ ਗਏ ਸਨ ਯੂਪੀਏ ਵੇਲੇ, ਤਾਂ ਦੂਸਰੇ ਪਾਸੇ ਫਿਰ ਹੋਰ ਸਟੇਟਾਂ ਵੀ ਮੰਗ ਕਰਨਗੀਆਂ। ਤਾਂ ਗੱਲ ਇਹ ਹੈ ਕਿ ਉਹਦੇ ਲਈ ਸਪੈਸ਼ਲ ਸਟੇਟਸ ਦਾ ਸਾਨੂੰ, ਯਾਨੀ ਸਪੈਸ਼ਲ ਦਰਜੇ ਦਾ, ਮੈਨੂੰ ਲੱਗਦਾ ਕਿ ਜ਼ਿਆਦਾ ਮੁੱਦਾ ਚੁੱਕਣਾ ਚਾਹੀਦਾ, ਜਿਹਦੇ ਵਿੱਚ ਬਹੁਤ ਸਾਰੀਆਂ ਰਹਿਤਾਂ, ਬਹੁਤ ਸਾਰਾ ਫੰਡ ਆ ਜਾਏਗਾ। ਵੈਸੇ ਇਹਨਾਂ ਨੂੰ ਦੇਣੇ ਚਾਹੀਦੇ ਆ, ਸਟੇਟਾਂ ਨੂੰ ਤਾਂ ਬਹੁਤ ਘੱਟ ਦੇ ਰਿਹਾ, ਪਰ ਸਾਡਾ ਤਾਂ ਆਪਣਾ ਬਕਾਇਆ 11,000 ਕਰੋੜ ਰੁਪਈਆ ਉਹ ਨਹੀਂ ਦੇ ਰਹੀ ਕੇਂਦਰ ਸਰਕਾਰ।
ਬਜਟ 'ਚ ਤਾਂ ਉਹਨਾਂ ਸਿਰ ਜਾਂਦਿਆਂ ਦਾ ਦੇਣਾ। ਜੀ। ਮਿੰਟੂ ਜੀ, ਬੰਦੀ ਸਿੰਘਾਂ ਦੀ ਗੱਲ ਕਰੀਏ, ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਹੁਣ ਯੂਐਨਓ ਕੋਲੇ ਪਹੁੰਚ ਕਰੇਗੀ ਸ਼੍ਰੋਮਣੀ ਕਮੇਟੀ। ਦੇਖੋ, ਇਹਨਾਂ ਨੇ ਕਿਹਾ ਤੇ ਹੈ ਕਿ ਯੂਐਨ ਕੋਲ ਜਾਵਾਂਗੇ। ਪਹਿਲਾਂ ਇਹ ਮੈਨੂੰ ਸਮਝ ਨਹੀਂ ਲੱਗਦੀ, ਮੈਂ ਤਾਂ ਖੁਦ ਕਈ ਵਾਰ ਕਨਫਿਊਜ਼ ਹੋ ਜਾਣਾ ਕਿ ਯੂਐਨ ਮੁੱਦੇ ਕੋਲ ਜਾਵਾਂਗੇ ਕਿ ਬਈ ਯੂਐਨਓ ਕੋਲ ਜਾਣ ਤੋਂ ਪਹਿਲਾਂ ਜੇ ਦਿੱਲੀ ਨਾ ਜਾਇਆ ਜਾਵੇ ਤਾਂ ਠੀਕ ਰਹੇਗਾ। ਜੀ। ਉੱਥੇ ਸੁਪਰੀਮ ਕੋਰਟ ਹੈਗੀ ਆ। ਧਾਮੀ ਸਾਹਿਬ ਖੁਦ ਵਕੀਲ ਹੈ, ਇੱਕ ਵਾਰੀ ਤਾਂ ਕਹਿ ਦਿੰਦੇ ਆ ਕਿ ਅਸੀਂ ਕਾਨੂੰਨੀ ਲੜਾਈ ਲੜਾਂਗੇ, ਅਸੀਂ ਸੁਪਰੀਮ ਕੋਰਟ 'ਚ ਜਾ ਕੇ ਕੇਸ ਪੁੱਟ ਅਪ ਕਰਾਂਗੇ। ਤੂੰ ਫੇਰ ਉਹ ਯੂਐਨਓ ਨੂੰ ਕਹਿ ਦਿੰਦੇ ਆ। ਸੋ ਸਮਝ ਨਹੀਂ ਆ ਰਹੀ। ਤਾਂ ਖੈਰ, ਇਹਨਾਂ ਨੇ ਕਿਹਾ ਕਿ 13 ਲੱਖ ਤੋਂ ਵੱਧ ਲੋਕਾਂ ਵੱਲੋਂ ਸਵੈਛਾ ਅਨੁਸਾਰ ਪ੍ਰੋਫਾਰਮੇ ਭਰੇ ਗਏ ਨੇ ਤੇ ਇਹਨਾਂ ਦਾ ਵਿਸਤਾਰ ਕਰਦੇ ਹੁਣ 30 ਲੱਖ ਤੱਕ ਇਹ ਪਹੁੰਚਾਇਆ ਜਾਏਗਾ ਤੇ ਫਿਰ ਇਸ ਤੋਂ ਬਾਅਦ ਇਹ ਸਾਰੇ ਪ੍ਰੋਫਾਰਮੇ ਜਿਹੜੇ ਆ ਕਿ ਜੀ ਉਹ ਦਿੱਤੇ ਜਾਣਗੇ ਰਾਸ਼ਟਰਪਤੀ ਨੂੰ। ਜੀ। ਹੁਣ ਇੱਕ ਪਾਸੇ ਪ੍ਰੋਫਾਰਮੇ ਤੇ ਰਾਸ਼ਟਰਪਤੀ ਨੂੰ ਦੇ ਰਹੇ ਹੋ ਹੂੰ। ਤੇ ਕਹਿ ਰਹੇ ਹੋ ਕਿ ਯੂਐਨਓ ਤੱਕ ਵੀ ਪਹੁੰਚ ਕਰਾਂਗੇ। ਯੂਐਨਓ ਤੱਕ, ਯੂਐਨਓ ਤੇ ਆਪਾਂ ਨੂੰ ਪਤਾ ਹੀ ਹੈ ਹੁਣ ਇਸ ਟਾਈਮ ਕਿਹੋ ਜੀ ਕਸੂਤੀ ਸਥਿਤੀ ਦੇ ਵਿੱਚ ਫਸਿਆ ਪਿਆ। ਗੱਲ ਇਹ ਹੈ ਕਿ ਜੋ ਆਪਸ਼ਨ ਤੁਹਾਡੇ ਕੋਲ ਆ ਉਹ ਤੇ ਇਸਤੇਮਾਲ ਕਰ ਵੇਖੋ, ਇੱਕ ਵਾਰੀ ਕਰ ਵੇਖੋ, ਠੀਕ ਹੈ ਨਾ। ਸਰਕਾਰਾਂ ਤੇ ਦਬਾਅ ਬਣਾਓ, ਗੱਲਬਾਤ ਕਰਕੇ। ਅੱਜ ਵੀ ਹਾਈ ਕੋਰਟ ਦੇ ਵਿੱਚੋਂ ਸਮੇਂ ਤੋਂ ਪਹਿਲਾਂ ਦੀ ਰਿਹਾਈ ਵਾਲੀ ਇੱਕ ਜਜਮੈਂਟ ਆਈ ਹੋਈ ਹੈ, ਉਹ ਦੇਖ ਲਓ। ਸੁਪਰੀਮ ਕੋਰਟ ਨੇ ਸਪਸ਼ਟ ਕਹਿ ਦਿੱਤਾ, ਪਿਛਲੇ ਦਿਨੀ ਫੇਰ ਸੁਣਵਾਈ ਹੋਈ ਸੀ ਕਿ ਭਾਈ ਸਰਕਾਰਾਂ ਛੱਡ ਸਕਦੀਆਂ ਨੇ ਆਪਣੇ ਪੱਧਰ ਤੇ। ਤੁਸੀਂ ਉਹ ਸਾਰੇ ਕਾਗਜ਼ ਕਢਾ ਕੇ ਕਿਉਂ ਨਹੀਂ ਜਾਂਦੇ ਇੱਕ ਵਾਰੀ ਨਰਿੰਦਰ ਮੋਦੀ ਕੋਲ ਕਿ ਭਾਈ ਤੁਸੀਂ ਕਰ ਸਕਦੇ ਜੇ ਅਜਿਹਾ, ਜਾਂ ਸੁਪਰੀਮ ਕੋਰਟ 'ਚ ਕਿਉਂ ਨਹੀਂ ਜਾਂਦੇ ਕਿ ਭਾਈ ਇਹ ਜੇ ਜਿਹੜੇ ਬੰਦੇ ਘੱਟੋ ਘੱਟ ਪੈਰੋਲ ਤੇ ਜਾਂਦੇ ਨੇ ਤਾਂ ਉਹਨਾਂ ਦੀਆਂ ਤਾਂ ਪੱਕੀਆਂ ਰਿਹਾਈਆਂ ਕਰੋ, ਪਹਿਲਾਂ ਉਹੀ ਕਰ ਦਿਓ। ਜੀ। ਤਾਂ ਕੁਛ ਨਾ ਕੁਛ ਤਾਂ ਤੁਹਾਨੂੰ ਇੱਥੇ ਵੀ ਕਰਨਾ ਪਵੇਗਾ ਨਾ। ਹੁਣ ਯੂਐਨਓ ਦੇ ਵਿੱਚ ਜਾ ਕੇ ਕਿਸ ਤਰ੍ਹਾਂ ਕੇਸ ਰੱਖੇ ਜਾਣਗੇ ਉਹ ਤਾਂ ਮੈਨੂੰ ਪਤਾ ਨਹੀਂ ਹੈ, ਇਹ ਦੱਸ ਸਕਦੇ ਆ। ਪਰ ਗੱਲ ਇਹ ਹੈ ਕਿ ਜਿਹੜੇ ਇੱਥੇ ਲੀਗਲ ਆਪਸ਼ਨ ਨੇ ਤੁਹਾਡੇ ਕੋਲ ਉਹ ਤੇ ਇਸਤੇਮਾਲ ਕਰੋ। ਜਿਵੇਂ ਇੱਥੇ ਤੁਸੀਂ ਪ੍ਰੈਸ਼ਰ ਬਣਾ ਸਕਦੇ ਹੋ ਉਹ ਤੇ ਬਣਾਓ, ਕਿਉਂਕਿ ਇੱਥੇ ਦੀਆਂ ਸਰਕਾਰਾਂ ਦੇ ਕੋਲ ਤੇ ਇਖਤਿਆਰ ਹੈਗੇ ਨੇ, ਉਹ ਕੱਢ ਸਕਦੇ ਕਿਸੇ ਨੂੰ ਵੀ ਜੇ ਉਹ ਚਾਹਣ ਤੇ। ਮਤਲਬ ਕਿ ਸਾਰੀ ਉਮਰ ਤੱਕ ਰੱਖ ਸਕਦੇ ਆ, ਕਿਉਂਕਿ ਕੈਦ ਉਮਰ ਕੈਦ ਆ। ਪਰ ਜੇ ਸਰਕਾਰ ਵੱਲ ਵੇਖੀਏ ਤਾਂ ਸੁਪਰੀਮ ਕੋਰਟ ਨੇ ਉਹਨਾਂ ਨੂੰ ਵੀ ਹੱਕ ਦਿੱਤਾ ਕਿ ਤੁਸੀਂ ਛੱਡ ਦਿਓ ਬਈ, ਜਦੋਂ ਮਰਜ਼ੀ ਛੱਡ ਦਿਓ, ਤੁਹਾਡੀ ਮਰਜ਼ੀ ਹੈ। ਇਸ ਕਰਕੇ ਰੈਮਿਸ਼ਨ ਪਾਲਿਸੀ ਦੇ ਵਿੱਚ ਕਿਹੜੇ ਕਿਹੜੇ ਬੰਦੇ ਮਤਲਬ ਕਿ ਸਜ਼ਾ 20 ਸਾਲ 25 ਸਾਲ ਜਿਹੜੇ ਕੱਟ ਚੁੱਕੇ ਆ, ਉਹਨਾਂ ਨੂੰ ਦੇਖ ਲਓ ਕਿ ਉਹ ਆ ਸਕਦੇ ਆ ਤਾਂ ਉੱਥੇ ਕੇਸ ਲੱਗਣੇ ਚਾਹੀਦੇ ਆ। ਮੈਨੂੰ ਲੱਗਦਾ ਕਿ ਹੱਲ ਹੋ ਜਾਏਗਾ, ਕੋਈ ਵੱਡੀ ਗੱਲ ਨਹੀਂ। ਪਰ ਐਸਜੀਪੀਸੀ ਕੀ ਹੈ ਕਿ ਧਾਮੀ ਦਾ ਉਹ ਜਿਹੜਾ ਅੱਗੇ ਵੇਖਿਆ ਹੀ ਆਪਾਂ, ਉੱਥੇ ਜਦੋਂ ਮੋਰਚੇ 'ਚ ਗਏ ਸਨ ਥੋੜਾ ਹੋ ਗਿਆ ਸੀ ਵਾਦ ਵਿਵਾਦ। ਮੈਨੂੰ ਇਹ ਲੱਗਦਾ ਕਿ ਐਸਜੀਪੀਸੀ ਅਲੱਗ ਤੋਂ ਇੱਕ ਆਪਣੀ ਹਾਜ਼ਰੀ ਦਰਜ ਕਰਵਾ ਰਹੀ ਹੈ ਕਿ ਅਸੀਂ ਵੀ ਬੰਦੀ ਸਿੰਘਾਂ ਦੇ ਰਿਹਾਈ ਵਾਸਤੇ ਜਿਹੜੀ ਜਦੋਜਹਿਦ ਚੱਲਦੀ ਉਹ ਕਿਸੇ ਵੀ ਪੱਖ ਤੋਂ ਅਸੀਂ ਘੱਟ ਨਹੀਂ ਹੈਗੇ ਉਹਦੇ ਵਿੱਚ। ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਦੀ ਗੱਲ ਕਰੀਏ ਅਮਰੀਕ ਖੋਸਾ ਕੋਟਲਾ ਦੀ, ਜਿਹੜੇ ਕਿ ਕਬੱਡੀ ਕਮੈਂਟੇਟਰ ਨੇ, ਉਹਨਾਂ ਤੇ ਹਮਲੇ ਦੀ ਕਮੈਂਟੇਟਰ, ਹਾਂਜੀ, ਉਹਨਾਂ ਤੇ ਹਮਲੇ ਦੀ ਖਬਰ ਆ ਰਹੀ ਹੈ। ਹਾਂਜੀ ਦੇਖੋ ਇਹ ਬੜੀ ਮੰਦਭਾਗੀ ਗੱਲ ਆ, ਕਿਉਂਕਿ ਤੇ ਰਾਤ ਆ ਰਹੇ ਸੀਗੇ ਤੇ ਉਹਨਾਂ ਦਾ ਕਾਫੀ ਜਿੱਦਾਂ ਕਹਿ ਲਓ ਕਿ ਅੰਦੋਲਨ ਵਗੈਰਾ 'ਚ ਵੀ ਸਹਿਯੋਗ ਆ, ਕਾਫੀ ਜ਼ਿਆਦਾ ਨਾਮ ਬਣਿਆ ਉਹਨਾਂ ਦਾ। ਕਬੱਡੀ ਕਮੈਂਟਰਾਂ ਦੇ ਵਿੱਚੋਂ ਕਾਫੀ ਪੁਰਾਣੇ ਕਮੈਂਟੇਟਰ ਨੇ ਜੀ। ਤੇ ਨਾਮੀ ਕਮੈਂਟੇਟਰ ਨੇ, ਬੜੇ ਵਧੀਆ ਕਮੈਂਟਰ ਵੀ ਆ। ਤਾਂ ਖੈਰ ਇਸ ਮਾਮਲੇ ਦੇ ਵਿੱਚ ਕੋਈ ਬਹੁਤੀ ਤਫਸੀਲ ਤਾਂ ਨਹੀਂ, ਪੋਸਟ ਵਗੈਰਾ ਪਈ ਆ। ਪਰ ਇਹ ਕੌਣ ਲੋਕ ਹੋ ਸਕਦੇ ਆ ਕਿ ਜਿੱਦਾਂ ਚੋਰ ਉਚੱਕੇ ਜਿਹੜੇ ਤੁਰੇ ਫਿਰਦੇ ਆ ਰਾਤ ਨੂੰ ਸੜਕਾਂ ਤੇ, ਉਹ ਨੇ? ਕਿਉਂਕਿ ਆ ਰਿਹਾ ਸੀਗਾ ਰਾਤ ਨੂੰ ਅਮਰੀਕ ਤੇ ਉਹਦੀ ਗੱਡੀ ਤੇ ਹਮਲਾ ਹੋਇਆ। ਕੀ ਕੋਈ ਕਬੱਡੀ ਦਾ ਕੋਈ ਲਿੰਕ ਹੈ? ਕਿਉਂਕਿ ਦੇਖੋ ਜਿਹੜੇ ਕਮੈਂਟੇਟਰ ਨੇ ਨਾ, ਜਿਵੇਂ ਸਾਡੇ ਕਈ ਮਿੱਤਰ ਹੈਗੇ ਨੇ ਹੁਣ ਜਿਹੜੇ ਕਬੱਡੀ ਚੋਂ ਕਮੈਂਟੇਟਰ ਬਣੇ ਆ, ਕਈਆਂ ਦਾ ਸੁਭਾਅ ਹੁੰਦਾ ਆ ਕਿ ਉਹ ਗੱਲ ਉੱਥੇ ਮੂੰਹ ਤੇ ਮਾਰ ਦਿੰਦੇ ਨੇ ਤੇ ਉਹ ਗੱਲ ਕਈ ਵਾਰ ਖਿਡਾਰੀਆਂ ਨੂੰ ਵੀ ਚੰਗੀ ਨਹੀਂ ਲੱਗਦੀ। ਕਈ ਵਾਰ ਜਿਹੜੀਆਂ ਅੱਜ ਕੱਲ ਗੈਂਗਾਂ ਚੱਲਦੀਆਂ ਨੇ ਜਿਨ੍ਹਾਂ ਦੇ ਗਾਂ ਹੁਣ ਕਬੱਡੀ 'ਚ ਵੀ ਤੁਸੀਂ ਵੇਖਿਆ ਹੀ ਆ ਦਖਲ ਹੈਗੇ ਆ, ਜੀ। ਉਹ ਕਈ ਵਾਰ ਗੱਲ ਵੀ ਮਤਲਬ ਕਿ ਆ ਜਾਂਦੀ ਕਿਸੇ ਨੂੰ ਕਿ ਕੁਝ ਚੁੱਭਦੀ ਹੈ। ਜਿੱਦਾਂ ਹੁਣ ਪਤਾ ਨਹੀਂ ਇਹਦੇ ਪਿੱਛੇ ਕੀ ਹੈ, ਕੋਈ ਪਰਸਨਲ ਸਾਜ਼ਿਸ਼ ਹੈ, ਕੋਈ ਚੋਰ ਚੱਕਾ ਗਰੋਹ ਹੈ, ਜਾਂ ਇਹ ਕਬੱਡੀ ਵਾਲਾ ਕੋਈ ਲਿੰਕ ਹੈ? ਤਾਂ ਹੁਣ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਆ। ਪਰ ਰੌਲਾ ਤੇ ਇਸੇ ਚੀਜ਼ ਦਾ ਹੀ ਹੈ ਕਿ ਨਾ ਤਾਂ ਕੋਈ ਦਿਨੇ ਘਰ 'ਚ ਸੇਫ ਆ ਤੇ ਨਾ ਕੋਈ ਰਾਤ ਨੂੰ ਸੜਕ ਤੇ ਸੇਫ ਆ। ਬੰਦਾ ਫਿਰ ਜਾਵੇ ਤੇ ਜਾਵੇ ਕਿੱਧਰ? ਜੀ।
ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰਕੇ ਜੇਲ੍ਹ ਅੰਦਰ ਨਸ਼ੇ ਸਪਲਾਈ ਕਰਨ ਵਾਲੇ ਪਿਓ ਪੁੱਤ ਦੀ। ਇਹ ਨਸ਼ੇ ਸਪਲਾਈ ਕਰਨ ਦੇ ਦੋਸ਼ਾਂ ਦੇ ਹੇਠ ਹੁਣ ਜੇਲ੍ਹ ਵਾਰਡਨ ਨੂੰ ਪੁੱਤਰ ਸਮੇਤ ਕਾਬੂ ਕੀਤਾ ਗਿਆ ਜੀ। ਦੇਖੋ, ਕੋਈ ਹੈ ਹਾਲ ਹੁਣ। ਆ ਪਿਛਲੇ ਦਿਨੀ ਇਹਨਾਂ ਦਾ ਇੱਕ ਪਟਿਆਲੇ ਤੋਂ ਇਸੇ ਤਰ੍ਹਾਂ ਦਾ ਹੀ ਇੱਕ ਜਿਹੜਾ ਸੀਗਾ ਡਿਪਟੀ ਸੁਪਰਡੈਂਟ, ਜੀ ਉਹ ਇਹਨਾਂ ਨੇ ਕੀਤਾ ਸਸਪੈਂਡ। ਉਹ 10,000 ਰੁਪਈਆ ਪਵਾਈ ਬੈਠਾ ਸੀਗਾ। ਵੇਖੋ ਕਿੱਡਾ ਬੇਵਕੂਫ ਆਦਮੀ, ਕਿ ਰਿਸ਼ਵਤ ਦਾ ਪੈਸਾ ਫੋਨ ਪੇ ਕਰਵਾਈ ਬੈਠਾ ਸੀਗਾ। ਉਹਨਾਂ ਨੇ ਸਕਰੀਨਸ਼ਾਟ ਬਣਾ ਕੇ ਤੇ ਭੇਜ ਦਿੱਤਾ। ਹੁਣ ਪਤਾ ਨਹੀਂ ਕੀ ਮਾਮਲਾ ਸੀ ਕੀ ਨਹੀਂ, ਪਰ ਦੋਸ਼ ਉਹਦੇ ਤੇ ਇਹ ਲੱਗਿਆ ਕਿ ਇਹ ਬੰਦਾ ਪੈਸੇ ਲੈਂਦਾ ਸੀਗਾ। ਹੁਣ ਆ ਜਿਹੜੀ ਗੱਲ ਹੈ, ਅੱਗੇ ਵੀ ਇੱਕ ਦੇਖਿਆ ਸੀ ਆਪਾਂ, ਡਿਪਟੀ ਸੁਪਰਡੈਂਟ ਗੋਇੰਦਵਾਲ ਤੋਂ, ਉਹਨੂੰ ਇਹਨਾਂ ਨੇ ਸਸਪੈਂਡ ਕੀਤਾ ਸੀ। ਕੁਝ ਦਿਨਾਂ ਦੀਆਂ ਗੱਲਾਂ ਕਰ ਰਹੇ, ਜੇ ਸਾਲਾਂ ਦੀਆਂ ਕਰਾਂ ਤੇ ਕਈ ਘੰਟੇ ਤੱਕ ਚੱਲੀ ਜਾਣਗੀਆਂ। ਆ ਹੁਣ ਫਿਰੋਜ਼ਪੁਰ ਤੋਂ ਹੈ ਕਿ ਜੀ ਕਾਊਂਟਰ ਇੰਟੈਲੀਜੈਂਸ ਨੇ ਜੇਲ੍ਹ ਦੇ ਵਿੱਚ ਨਸ਼ਾ ਸਪਲਾਈ ਕਰਨ ਵਾਲੇ ਜਿਸ ਵਿਅਕਤੀ ਨੂੰ ਫੜਿਆ, ਉਹ ਜੇਲ੍ਹ ਵਾਰਡਨ ਆ, ਉਹਦਾ ਪੁੱਤਰ ਵੀ ਨਾਲ ਲਿਆ। ਤਾਂ ਹੁਣ ਬੜੀ ਅਜੀਬੋ ਗਰੀਬ ਗੱਲ ਆ ਕਿ ਇੱਕ ਪਾਸੇ ਬਹੁਤ ਜ਼ਿਆਦਾ ਜੇਲ੍ਹਾਂ ਦੇ ਵਿੱਚ ਗੰਦ ਪਿਆ ਪਿਆ, ਦੂਸਰੇ ਪਾਸੇ ਇਹਨਾਂ ਦੇ ਬੰਦੇ ਹੀ ਆਪ ਫੜੇ ਜਾਂਦੇ ਆ। ਕੱਲ 2 ਵੱਡੇ ਮਾਮਲੇ ਪ੍ਰਕਾਸ਼ ਦੇ ਵਿੱਚ ਆਏ। ਇੱਕ ਤੇ ਇੱਥੇ ਮਲੋਟ ਦੇ ਲਾਗੇ 4-5 ਕਿਲੋ ਹੈਰੋਇਨ ਫੜੀ ਇਹਨਾਂ ਨੇ। ਫੜੀ ਤੇ ਉਹ ਕਹਿੰਦੇ ਕਿ ਰੱਬੋਂ ਹੀ ਗਈ। ਉਹ ਖੜੇ ਤਾਂ ਐਵੇਂ ਸੀ, ਨਾਕਾ ਲਾ ਕੇ 2 ਜਣੇ, ਤੇ ਉਧਰੋਂ 2 ਕਾਰ ਤੇ ਆ ਗਏ ਤੇ ਵਿੱਚ ਵੱਜੇ, ਤੇ ਬਸ ਉੱਥੋਂ ਹੀ ਗੱਲ ਚਲਦੀ ਚਲਦੀ ਗਾਹ ਨਿਕਲ ਗਈ। ਅੱਛਾ, ਉਹਦੇ ਵਿੱਚ ਵੀ ਜੇਲ੍ਹ ਦਾ ਲਿੰਕ ਆ ਰਿਹਾ ਕਿ ਫਰੀਦਕੋਟ ਚੋਂ ਜੇਲ੍ਹ ਦੇ ਅੰਦਰੋਂ ਕੋਈ ਕਾਲ ਹੋਈ ਆ, ਉਸ ਤੋਂ ਬਾਅਦ ਡੀਲ ਡਨ ਹੋਈ ਆ। ਫਿਰ ਲੁਧਿਆਣੇ ਦੇ ਵਿੱਚ ਪੁਲਿਸ ਨੇ ਬਹੁਤ ਤਗੜੀ ਰਿਕਵਰੀ ਕੀਤੀ ਆ, ਲੱਖਾਂ ਗੋਲੀਆਂ। ਅੱਛਾ, ਜਦੋਂ ਉਸ ਕਿੰਗ ਪਿਨ ਨੂੰ ਫੜਿਆ ਗਿਆ, ਉਹ ਵੀ ਜੇਲ੍ਹ ਦੇ ਵਿੱਚ ਬੈਠਾ। ਜੇ ਇਹੀ ਸਾਰਾ ਕੁਛ ਆ ਕਿ ਅੰਦਰੋਂ ਕੰਮਕਾਰ ਵੀ ਇਸੇ ਤਰ੍ਹਾਂ ਚੱਲੀ ਜਾਂਦੇ ਆ, ਸਪਾਰੀਆਂ ਤੱਕ ਹੋਈਆਂ ਜਾਂਦੀਆਂ ਨੇ, ਤਾਂ ਬੰਦਾ ਕੀ ਕਰੇਗਾ? ਸਮਝ ਤੋਂ ਪਰੇ ਦੀ ਗੱਲ ਹੈ। ਪਰ ਚਲੋ, ਜਿਹੜੇ ਕ੍ਰਿਮੀਨਲ ਮਾਈਂਡਡ ਬੰਦੇ ਨੇ, ਉਹਨਾਂ ਨੇ ਤਾਂ ਕੁਛ ਨਾ ਕੁਛ ਕਿਸੇ ਨਾ ਕਿਸੇ ਪਾਸਿਓਂ ਦਾ ਮਰਨ ਦਾ ਯਤਨ ਕਰਨਾ ਜ਼ਰੂਰ। ਪਰ ਜੇਲ੍ਹ ਵਾਰਡਨ, ਜੇਲ੍ਹ ਸੁਪਰਡੈਂਟ, ਹੁਣ ਇਹਨਾਂ ਦੀਆਂ ਤਨਖਾਹਾਂ ਵੀ ਅੱਛੀਆਂ ਖਾਸੀਆਂ ਨੇ। ਪਰ ਗੱਲ ਇਹ ਹੈ ਨਾ ਕਿ ਲਾਲਚ ਦੀ ਜਦੋਂ ਖੁਰਕ ਪੈ ਜਾਂਦੀ ਆ, ਫਿਰ ਉਹ ਕਿਸੇ ਵੀ ਟੂਬ ਨਾਲ ਸੂਤ ਨਹੀਂ ਆਉਂਦੀ। ਹਾਲ ਕੁਛ ਐਸਾ ਹੀ ਬਣਿਆ ਪਿਆ। ਪਰ ਬਹੁਤ ਬਦਨਾਮੀ ਹੋ ਰਹੀ ਹੈ, ਪੁਲਿਸ ਦੀ ਬਹੁਤ ਬਦਨਾਮੀ ਹੋ ਰਹੀ ਆ। ਇੱਕ ਉਧਰੋਂ ਆਡੀਓ ਵਾਇਰਲ ਹੋਈ ਆ, ਉਹਦੇ ਵਿੱਚ ਉਹ ਥਾਣੇਦਾਰ ਕਹਿਣ ਡਿਆ, ਕਥਿਤ ਤੌਰ ਤੇ ਦਾਅਵਾ ਕੀਤਾ ਜਾ ਰਿਹਾ ਕਿ ਉਹਦੇ ਚ ਕੋਈ ਗੈਂਗਸਟਰ ਲੰਡਾ ਹਰੀ ਕੇ ਉਹ ਬੋਲ ਰਿਹਾ, ਤੇ ਉਹ ਉਹਨੂੰ ਕਹਿ ਰਿਹਾ ਕਿ ਤਰਨਤਾਰਨ ਛੱਡ ਦੇ ਯਾਰ, ਤਰਨਤਾਰਨ ਛੱਡ ਦੇ, ਪੰਜਾਬ ਸਾਰਾ ਪਿਆ। ਜਿਵੇਂ ਮਤਲਬ ਕਿ ਸਲਾਹ ਦਿੰਦਾ ਹੋਵੇ ਕਿ ਇੱਥੇ ਨਹੀਂ, ਇੱਥੇ ਕੰਮ ਕਰ ਲਾ। ਤਾਂ ਬਹੁਤ ਜ਼ਿਆਦਾ ਬਦਨਾਮੀ ਆ ਇਹਨਾਂ ਚੀਜ਼ਾਂ ਦੇ ਵਿੱਚ। ਤਾਂ ਮੈਂ ਕਹੂੰਗਾ ਕਿ ਬਹੁਤ ਜ਼ਿਆਦਾ ਨਲਾਇਕੀ ਤੇ ਬਹੁਤ ਜ਼ਿਆਦਾ ਲਾਲਚ ਇਹਨਾਂ ਦਾ ਸਾਹਮਣੇ ਆ ਰਿਹਾ। ਜੀ ਜਾਂਦੇ ਜਾਂਦੇ ਗੱਲ ਕਰੀਏ ਮਿੰਟੂ ਜੀ, ਇੱਕ ਕਬੱਡੀ ਦੇ ਨਾਲ ਜੁੜੀ ਇੱਕ ਹੋਰ ਮਨਹੂਸ ਖਬਰ ਦੀ। ਨਸ਼ੇ ਦੀ ਓਵਰਡੋਜ਼ ਦੇ ਨਾਲ ਕਬੱਡੀ ਖਿਡਾਰੀ ਦੀ ਮੌਤ ਹੋਈ ਹੈ ਜੀ। ਦੇਖੋ, ਇਹ ਕੋਈ ਮੁੰਡਾ ਸੀਗਾ, ਕੋਈ ਹੋਣਾ ਲਾ ਲਓ 15-16 ਸਾਲ ਦਾ ਹੀ ਦੱਸਦੇ ਆ, ਕਿ ਜਿਹੜਾ ਆਪਣੇ ਨਾਨਕੇ ਪਿੰਡ ਰਹਿੰਦਾ ਸੀਗਾ ਧਰਮਕੋਟ। ਤੇ ਉੱਥੇ ਕੀ ਹੋਇਆ ਕਿ ਆਪਣੇ ਕਿਸੇ ਦੋਸਤ ਦੇ ਨਾਲ, ਉਹ ਪਿੰਡ ਹੈਗਾ ਕੋਈ ਕੁਲਗਹਿਣਾ, ਉੱਥੇ ਗਿਆ ਸੀਗਾ। ਤੇ ਉੱਥੇ ਫਿਰ ਦੋਵਾਂ ਨੇ ਕਿਤੇ ਰਲ ਕੇ ਸਲਾਹ ਬਣਾਈ ਨਸ਼ਾ ਪੱਤਾ ਕਰਨ ਦੀ। ਜਦੋਂ ਉਹ ਨਸ਼ਾ ਪੱਤਾ ਕੀਤਾ, ਇਹਨਾਂ ਨੇ ਚਿੱਟੇ ਦਾ ਟੀਕਾ ਲਾਇਆ, ਤੇ ਇਹ ਮੁੰਡਾ ਫੁੜਕ ਗਿਆ ਉੱਥੇ। ਕਬੱਡੀ ਖੇਡਦਾ ਸੀ, ਦੱਸਦੇ ਆ, ਸੋਹਣੀ ਗੇਮ ਸੀਗੀ। ਜੀ ਇਸ ਤੋਂ ਪਹਿਲਾਂ ਵੀ ਦੇਖਿਆ ਕਿ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਇਸੇ ਤਰ੍ਹਾਂ 15 ਕੁ ਵਰਿਆਂ ਦਾ, 14 ਕੁ ਵਰਿਆਂ ਦਾ ਇੱਕ ਮੁੰਡਾ ਮਰਿਆ, ਜਿਹੜਾ ਕਿ ਹਾਲੇ ਸ਼ਾਇਦ ਸਕੂਲ ਦੇ ਵਿੱਚ ਹੀ ਸੀਗਾ। ਤਾਂ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਡਰਾਉਂਦੀਆਂ ਨੇ ਜੀ, ਬੜੀ ਭਿਆਨਕ ਤਸਵੀਰ ਬਣੀ ਖਲੋਤੀ ਆ। ਪਰ ਕੀ ਕਰੀਏ, ਹੁਣ ਇਹਨਾਂ ਦੀ ਸਰਕਾਰ 'ਚ ਬੈਠੇ ਜਿਹੜੇ ਮਹਾਸ਼ੇ, ਉਹਨਾਂ ਨੂੰ ਕੈਨੇਡਾ ਤੇ ਦੀਦਾ ਵੀ ਕੈਨੇਡਾ 'ਚ ਬੜਾ ਡਰੱਗ ਏ, ਕੈਨੇਡਾ 'ਚ ਹਾਏ ਉਹ ਫ੍ਰੀ ਹੋ ਗਿਆ, ਇਹ ਕੈਨੇਡਾ 'ਚ ਖੁੱਲ ਮਿਲ ਗਈ ਆ, ਉੱਥੇ ਜਵਾਨੀਆਂ ਬਰਬਾਦ ਹੋਣ ਡਈਆਂ। ਪਰ ਕੈਨੇਡਾ ਦੇ ਵਿੱਚੋਂ ਚਿੰਤਾਵਾਂ ਦੀ ਇਹ ਜਿਹੜੀ ਇਹਨਾਂ ਨੂੰ ਕੰਬਣੀ ਲੱਗਦੀ ਆ, ਉਹ ਤੇ ਠੀਕ ਹੈ, ਜਾਇਜ਼ ਆ। ਕੈਨੇਡਾ 'ਚ ਵੀ ਸਾਡੇ ਬੱਚੇ ਨੇ, ਪਰ ਇੱਥੇ ਕੀ ਹੋਣ ਡਿਆ ਵੇਖ ਲਓ। ਇੱਥੇ ਚੁੱਪ ਹੋ ਜਾਂਦੇ, ਸ਼ੁਰੂ ਹੋ ਜਾਂਦੇ। ਇੱਥੇ ਤੇ ਫੈਕਟਰੀਆਂ ਵੀ ਫੜੀਆਂ ਜਾਂਦੀਆਂ। ਸੋ ਨਸ਼ਾ ਕੋਈ ਘਟਿਆ ਨਹੀਂ ਜੇ ਹੈਗਾ, ਕੋਈ ਲੱਕ ਨਹੀਂ ਟੁੱਟਾ, ਕੋਈ ਲੱਤ ਨਹੀਂ ਟੁੱਟੀ। ਨਸ਼ਾ ਪਹਿਲਾਂ ਨਾਲੋਂ ਵੀ ਵਧਿਆ। ਜਿਹੜਾ ਤੇ ਮਤਲਬ ਕਿ ਕੋਈ ਛੱਡ ਛਡਾ ਗਿਆ, ਘਟ ਘਟਾ ਕੇ ਬਚ ਗਿਆ, ਤੇ ਠੀਕ ਹੈ, ਉਹਦੀ ਕਿਸਮਤ ਆ। ਨਹੀਂ ਤਾਂ ਇਹਦੇ ਵਿੱਚ ਕੀ ਆ ਕਿ ਪਿੱਛੇ ਉਹ ਕਿਹੜਾ ਹੁਣ ਉੱਥੇ ਬਹੁਤ ਬੜਾ ਤਸੱਲੀ ਨਾਲ ਬਣਾਉਂਦੇ ਆ। ਜਦੋਂ ਕਿਤੇ ਪਿੱਛੋਂ ਕੋਈ ਕੈਮੀਕਲ ਤੇਜ਼ ਪੈ ਜਾਂਦਾ, ਉਹ ਇਸੇ ਤਰ੍ਹਾਂ ਜਿਹਦੀਆਂ ਰਗਾਂ 'ਚ ਜਾਂਦਾ, ਉਹਨੂੰ ਮਾਰੀ ਜਾਂਦਾ।
ਕੋਈ ਅਖਬਾਰ ਦੇ ਪੰਨੇ ਤੇ ਇਸ ਤਰ੍ਹਾਂ ਫੋਟੋ ਬਣ ਕੇ ਛਪ ਜਾਂਦਾ ਹੈ, ਕੋਈ ਛਿਪ ਜਾਂਦਾ ਹੈ, ਬਸ ਆਹੀ ਹੈ। ਕੋਈ ਛਪ ਜਾਂਦਾ, ਕੋਈ ਛਿਪ ਜਾਂਦਾ ਹੈ, ਕਿਸੇ ਦਾ ਪਤਾ ਹੀ ਨਹੀਂ ਲੱਗਦਾ, ਉਹਦਾ ਸੰਸਕਾਰ ਕਰ ਦਿੱਤਾ ਜਾਂਦਾ ਹੈ, ਰੋ ਪਿੱਟ ਕੇ ਮਾਪੇ ਬਹਿ ਜਾਂਦੇ ਆ। ਸੋ ਇਹ ਕਹਾਣੀਆਂ ਅਸੀਂ ਅਕਾਲੀ ਰਾਜ 'ਚ ਵੀ ਇੱਥੇ ਸੁਣਾਉਂਦੇ ਰਹੇ ਹਾਂ, ਹੂੰ। ਕਾਂਗਰਸ ਰਾਜ ਦੇ ਵਿੱਚ ਵੀ, ਇਹਨਾਂ ਦੇ ਰਾਜ ਦੇ ਵਿੱਚ ਵੀ ਸੁਣਾਈ ਜਾਂਦੇ, ਬਸ ਆਹੀ ਹੈ। ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ। ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਵੇਲਾ ਹੋ ਚੱਲਿਆ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਬਾਰੇ ਕਰਾਂਗੇ ਚਰਚਾ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਜਲਦ ਵਾਪਸੀ ਹੋਵੇਗੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਬ੍ਰੇਕ ਤੋਂ ਬਾਅਦ ਕੁਝ ਹੋਰ ਅਹਿਮ ਖਬਰਾਂ ਦਾ ਰੁਖ ਕਰਦੇ ਹਾਂ। ਅਕਸਰ ਹੀ ਜਿਹੜੀਆਂ ਖਬਰਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਸਰਕਾਰ ਦੇ ਕੰਮਕਾਜ ਦੀ ਸਮੀਖਿਆ ਹੁੰਦੀ ਆ ਤੇ ਜਦੋਂ ਕੰਮਕਾਜ ਦੀ ਸਮੀਖਿਆ ਹੁੰਦੀ ਹੈ ਤਾਂ ਉਹਦੇ ਚੋਂ ਕ੍ਰਿਟਿਸਿਜ਼ਮ ਵੀ ਇੱਕ ਅਹਿਮ ਪਹਿਲੂ ਹੈ ਜਿਹਨੂੰ ਆਪਾਂ ਦਰਕਿਨਾਰ ਨਹੀਂ ਕਰ ਸਕਦੇ। ਤੇ ਖਬਰਾਂ ਦੇ ਵਿੱਚ ਸਰਕਾਰਾਂ ਦਾ ਕ੍ਰਿਟਿਸਿਜ਼ਮ ਹੁੰਦਾ ਹੀ ਰਹਿਣਾ ਕਿਉਂਕਿ ਖਬਰਾਂ ਸਰਕਾਰ ਦੇ ਕੰਮਾਂ, ਪਾਲਿਸੀਜ਼, ਐਲਾਨ, ਫੰਡ, ਖਰਚੇ ਇਹਨਾਂ ਚੀਜ਼ਾਂ ਦੇ ਨਾਲ ਹੀ ਜੁੜੀਆਂ ਹੁੰਦੀਆਂ। ਸਰਕਾਰ ਦੇ ਲਾਅ ਐਂਡ ਆਰਡਰ ਨੂੰ ਕੰਟਰੋਲ ਕਰਨ ਦੇ ਤਰੀਕਿਆਂ ਦੇ ਨਾਲ, ਸਰਕਾਰ ਦੇ ਨਾਲ ਜੁੜੇ ਲੋਕਾਂ ਦੇ ਕੰਮਕਾਰ ਦੇ ਕਰਨ ਦੇ ਤਰੀਕਿਆਂ ਦੇ ਨਾਲ ਹੀ ਜੁੜੀਆਂ ਹੁੰਦੀਆਂ। ਪਰ ਇੱਕ ਮਿੱਥ ਕੇ ਆਲੋਚਨਾ ਕਰਨੀ ਉਹ ਇੱਕ ਹੋਰ ਚੀਜ਼ ਆ, ਪਰ ਇੱਕ ਮਿਆਰੀ ਆਲੋਚਨਾ ਕਰਨੀ ਇਹ ਇੱਕ ਹੋਰ ਚੀਜ਼ ਹੈ। ਸੋ ਅਕਸਰ ਹੀ ਮਾਨ ਸਰਕਾਰ ਜਿਹੜੀ ਕਿ ਨਵੀਂ-ਨਵੀਂ ਹੋਂਦ ਦੇ ਵਿੱਚ ਆਈ ਹੈ, ਸਾਲ ਕੁ ਹੋਣ ਵਾਲਾ ਹੀ ਹੈ। ਉਹਦੇ ਵਿੱਚ ਜੋ ਵਾਪਰ ਰਹੇ ਨੇ ਚੀਜ਼ਾਂ ਉਹਦੇ ਤੇ ਆਪਾਂ ਅਕਸਰ ਚਰਚਾ ਕਰਦੇ ਰਹਿੰਦੇ ਹਾਂ। ਪਰ ਇੱਕ ਚੰਗੀ ਖਬਰ ਵੀ ਤੁਹਾਨੂੰ ਸੁਣਾਉਣੇ ਆ ਪੰਜਾਬ ਸਰਕਾਰ ਦੇ ਜਿਹੜਾ ਪਹਿਲੂ ਤੋਂ। ਲੰਘੇ ਦਿਨੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ। ਉਹਦੇ ਵਿੱਚ ਇੱਕ ਕੌਮਾਂਤਰੀ ਹਾਕੀ ਖਿਡਾਰੀ, ਨੈਸ਼ਨਲ ਲੈਵਲ ਦਾ ਹਾਕੀ ਖਿਡਾਰੀ, ਜਿਹਨੂੰ ਘਰ ਦੇ ਵਿੱਚ ਗੁਰਬਤ ਹੋਣ ਕਰਕੇ ਮੰਡੀ ਦੇ ਵਿੱਚ ਪੱਲੇਦਾਰੀ ਕਰਨ ਦੇ ਲਈ ਉਹ ਮਜਬੂਰ ਸੀ। ਹਾਲਾਂਕਿ ਕੰਮ ਕੋਈ ਵੀ ਨਹੀਂ ਮਾੜਾ, ਅਸੀਂ ਇਸ ਗੱਲ ਦੇ ਬਿਲਕੁਲ ਹੱਕ ਦੇ ਵਿੱਚ ਹਾਂ ਕਿ ਕਿਰਤ ਕਰਕੇ ਖਾਣੀ ਚਾਹੀਦੀ ਹੈ। ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੈ, ਜਿਹਨੂੰ ਵੀ ਚੰਗਾ ਲੱਗਦਾ, ਜੋ ਵੀ ਜਿਸ ਕੰਮ ਜੋਗਾ ਉਹਨੂੰ ਓਨਾ ਕੁ ਹੱਥ ਪੈਰ ਜ਼ਰੂਰ ਮਾਰਨਾ ਚਾਹੀਦਾ। ਪਰ ਇਹ ਹਾਕੀ ਖਿਡਾਰੀ ਸੀ ਤੇ ਇਹਨੂੰ ਪੱਲੇਦਾਰੀ ਦੀ ਜਿਹੜੀ ਆ ਉਹ ਕਰਨੀ ਪਈ, ਘਰ ਦੇ ਵਿੱਚ ਗੁਰਬਤ ਸੀ। ਉਹਦੀ ਵੀਡੀਓ ਕਾਫੀ ਵਾਇਰਲ ਹੋਈ। ਜਦੋਂ ਉਹਦੀ ਵੀਡੀਓ ਵਾਇਰਲ ਹੋਈ ਤੇ ਉਸ ਫਿਰ ਮੁੰਡੇ ਨੂੰ, ਨੌਜਵਾਨ ਨੂੰ, ਖਿਡਾਰੀ ਨੂੰ ਮੁੱਖ ਮੰਤਰੀ ਸਾਹਿਬ ਨੇ ਸੱਦਿਆ ਆਪਣੇ ਘਰੇ ਤੇ ਉਹਦੇ ਨਾਲ ਗੱਲਬਾਤ ਕੀਤੀ। ਹੁਣ ਇਸ ਹਾਕੀ ਖਿਡਾਰੀ ਨੂੰ, ਪਰਮਜੀਤ ਕੁਮਾਰ ਇਹਦਾ ਨਾਂ ਹੈ, ਇਹਨੂੰ ਨੌਕਰੀ ਮਿਲ ਗਈ ਹੈ। ਸਰਕਾਰ ਨੇ ਉਹਨੂੰ ਕੋਚ ਨਿਯੁਕਤ ਲਾ ਦਿੱਤਾ ਹੈ। ਹੁਣ ਉਹ ਖਿਡਾਰੀਆਂ ਨੂੰ ਕੋਚਿੰਗ ਦੇਣਗੇ। ਫਰੀਦਕੋਟ ਦੇ ਰਹਿਣ ਵਾਲੇ ਪਰਮਜੀਤ ਕੁਮਾਰ ਇਸ ਤੋਂ ਪਹਿਲਾਂ ਮੰਡੀ ਦੇ ਵਿੱਚ ਪੱਲੇਦਾਰੀ ਕਰਦੇ ਸੀ ਤੇ ਜਦੋਂ ਸੀਜ਼ਨ ਖਤਮ ਹੋ ਜਾਂਦਾ ਸੀ ਫਿਰ ਉਹ ਕੋਈ ਹੋਰ ਜਿਹੜਾ ਕੰਮ ਫੜ ਲੈਂਦੇ ਸੀ। ਸੋ ਇਸ ਬਾਬਤ ਪੰਜਾਬ ਦੇ ਉਹਨਾਂ ਸਾਰੇ ਮੀਡੀਆ ਅਦਾਰਿਆਂ ਦਾ ਵੀ ਧੰਨਵਾਦ ਕਰਨਾ ਬਣਦਾ ਜਿਨ੍ਹਾਂ ਨੇ ਇਸ ਖਬਰ ਨੂੰ ਪ੍ਰਮੁੱਖਤਾ ਦੇ ਨਾਲ ਛਾਪਿਆ। ਤੇ ਹੁਣ ਉਸ ਤੋਂ ਬਾਅਦ ਇਹ ਪਰਮਜੀਤ ਕੁਮਾਰ ਨੂੰ ਨੌਕਰੀ ਮਿਲ ਗਈ ਹੈ, ਕੋਚਿੰਗ ਦੇਣਗੇ ਖਿਡਾਰੀਆਂ ਨੂੰ। ਔਰ ਚੰਗੀ ਗੱਲ ਇਹ ਹੈ ਕਿ ਸਰਕਾਰ ਨੇ ਉਹਨਾਂ ਦੀ ਬਾਂਹ ਫੜੀ ਔਰ ਇਹੋ ਜਿਹੇ ਬਥੇਰੇ ਖਿਡਾਰੀ ਤੁਹਾਨੂੰ ਮਿਲ ਜਾਣਗੇ ਜਿਹੜੇ ਸਰਕਾਰ ਦੀਆਂ ਖੇਡ ਨੀਤੀਆਂ ਦੇ ਵਸਾਰੇ ਹੋਏ ਨੇ। ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਣਾ ਕੈਪਟਨ ਸਾਹਿਬ ਨੇ ਜਦੋਂ ਖਿਡਾਰੀਆਂ ਨੂੰ ਡਿਨਰ ਤੇ ਸੱਦਿਆ ਸੀ ਤੇ ਆਪ ਦੇਗਿਆਂ ਦੇ ਵਿੱਚ ਉਹਨਾਂ ਨੇ ਉਹ ਜਿਹੜੇ ਤੜਕੇ-ਤੁੜਕੇ ਲਾਏ ਸੀਗੇ। ਪਰ ਬਾਅਦ ਦੇ ਵਿੱਚ ਉਹ ਉਸੇ ਹੀ ਹਾਕੀ ਦੇ ਵਿੱਚ ਬਹੁਤ ਸਾਰੇ ਖਿਡਾਰੀ ਕਹਿੰਦੇ ਸਾਨੂੰ ਜਿਹੜੀਆਂ ਐਲਾਨ ਕੀਤੀਆਂ ਨੌਕਰੀਆਂ ਨਹੀਂ ਮਿਲੀਆਂ ਜਾਂ ਸਾਨੂੰ ਜਿਹੜਾ ਡਾਈਟ ਦੇ ਲਈ ਪੈਸੇ ਮਿਲਦੇ ਆ ਜਿਹੜੇ ਉਹ ਬੜੇ ਘੱਟ ਨੇ। ਸੋ ਇੱਕ ਪਾਸੇ ਤੁਸੀਂ ਖਿਡਾਰੀਆਂ ਨੂੰ ਸੱਦੇ ਦੇ ਰਹੇ ਹੋ ਟਵਿੱਟਰ ਤੇ, ਫੇਸਬੁੱਕ, ਇੰਸਟਾਗ੍ਰਾਮ ਚੈਨਲਾਂ ਤੇ ਫੋਟੋਆਂ ਪਵਾ ਰਹੇ ਹੋ, ਪਰ ਦੂਜੇ ਪਾਸੇ ਤੁਹਾਡੇ ਖਿਡਾਰੀ ਭੱਤਾ ਲੈਣ ਨੂੰ ਤਰਸ ਰਹੇ ਨੇ ਜਾਂ ਨੌਕਰੀਆਂ ਲੈਣ ਨੂੰ ਤਰਸ ਰਹੇ ਨੇ, ਤਾਂ ਇਹ ਇੱਕ ਦੋਗਲਾਪਾਣੀ ਹੈ। ਸੋ ਪਰਮਜੀਤ ਕੁਮਾਰ ਫਰੀਦਕੋਟ ਦੇ ਵਿੱਚ ਜੰਮੇ ਪਲੇ, ਸਰਕਾਰੀ ਬਰਜਿੰਦਰਾ ਕਾਲਜ ਦੇ ਵਿੱਚ ਕੋਚ ਬਲਤੇਜ ਇੰਦਪਾਲ ਸਿੰਘ ਦੁਆਰਾ ਉਹ ਹਾਕੀ ਦੇ ਵਿੱਚ ਆਏ ਸੀਗੇ ਤੇ 2004 ਦੇ ਵਿੱਚ ਪਰਮਜੀਤ ਕੁਮਾਰ ਨੂੰ NIS ਪਟਿਆਲਾ ਦੇ ਵਿੱਚ ਭਾਰਤੀ ਖੇਡ ਪ੍ਰਾਧਿਕਰਨ SAI ਨੇ ਚੁਣ ਵੀ ਲਿਆ ਸੀਗਾ। ਫਿਰ 2007 ਦੇ ਵਿੱਚ NIS ਤੇ ਪਟਿਆਲਾ ਦੇ ਵਿੱਚ ਉਹ ਕਈ ਉਸ ਤੋਂ ਬਾਅਦ ਪਟਿਆਲਾ ਦੇ ਵਿੱਚ ਹਾਕੀ ਖੇਡਣ ਤੋਂ ਬਾਅਦ ਤੇ ਫਿਰ ਕਈ ਉਹ ਨੈਸ਼ਨਲ ਮੁਕਾਬਲਿਆਂ ਦੇ ਵਿੱਚ ਵੀ ਹਾਕੀ ਖੇਡੇ। 2009 ਤੋਂ ਪਹਿਲਾਂ ਉਹ ਕੇਂਦਰ ਦੇ ਕਈ ਅਦਾਰਿਆਂ ਦੇ ਨਾਲ ਹਾਕੀ ਖੇਡਦੇ ਰਹੇ। ਪੰਜਾਬ ਪੁਲਿਸ, ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਦੇ ਨਾਲ ਵੀ 3 ਸਾਲ ਕੰਟਰੈਕਟ ਕਰਕੇ ਹਾਕੀ ਖੇਡੀ ਉਹਨਾਂ ਨੇ ਤੇ ਪਟਿਆਲਾ ਦੇ ਵਿੱਚ ਆਪਣੇ ਸਮੇਂ ਦੇ ਦੌਰਾਨ ਉਹਨਾਂ ਨੇ ਅੰਡਰ 16, ਅੰਡਰ 18 ਤੇ ਨੈਸ਼ਨਲ SIA ਦੀ ਜਿਹੜੀ ਹੈ ਉਹਦੇ ਵਿੱਚ ਟੀਮ ਦਾ ਉਹ ਹਿੱਸਾ ਰਹੇ ਤੇ ਇਹਦੇ ਵਿੱਚ ਇਹਨਾਂ ਦੀ ਅਗਵਾਈ ਦੇ ਵਿੱਚ ਕਹਿ ਲਓ ਜਾਂ ਜਦੋਂ ਇਹ ਟੀਮ ਦੇ ਵਿੱਚ ਸੀਗੇ ਤਾਂ ਆਂਧਰਾ ਪ੍ਰਦੇਸ਼ ਦੇ ਵਿੱਚ ਇੱਕ ਵਾਰੀ ਅੰਡਰ 16 ਨੈਸ਼ਨਲ ਦੇ ਵਿੱਚ ਇਹਨਾਂ ਨੇ ਇੱਕ ਤਗਮਾ ਵੀ ਜਿੱਤਿਆ ਸੀਗਾ। ਸੋ ਪਰਮਜੀਤ ਕੁਮਾਰ ਇੱਕ ਆਲਾ ਦਰਜੇ ਦੇ ਖਿਡਾਰੀ ਸੀਗੇ ਪਰ ਗੁਰਬਤ ਕਰਕੇ ਉਹਨਾਂ ਨੂੰ ਜਿਹੜਾ ਵੀ ਕੰਮ ਮਿਲਿਆ ਉਹਨਾਂ ਨੂੰ ਕਰਨਾ ਪਿਆ, ਪਰ ਪੰਜਾਬ ਸਰਕਾਰ ਨੇ ਉਹਨਾਂ ਦੀ ਬਾਂਹ ਫੜੀ। ਅਗਲੀ ਗੱਲ ਕਰੀਏ ਮਨੀਸ਼ਾ ਗੁਲਾਟੀ ਦੀ। ਮਨੀਸ਼ਾ ਗੁਲਾਟੀ ਇੱਕ ਅਜਿਹੇ ਆਫਿਸਰ ਨੇ ਜਾਂ ਅਜਿਹੇ ਇੱਕ ਕਮਿਸ਼ਨ ਦੇ ਚੇਅਰਪਰਸਨ ਨੇ ਜਿਨ੍ਹਾਂ ਦੇ ਬਾਰੇ ਦੱਸਣ ਦੀ ਲੋੜ ਨਹੀਂ ਹੈ। ਹੁਣ ਪੰਜਾਬ ਸਰਕਾਰ ਨੇ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਦੇ ਵਾਧਾ ਕਰਨਾ ਸੀ ਕਾਰਜਕਾਲ ਦੇ ਵਿੱਚ ਉਹਨੂੰ ਵਾਪਸ ਲੈ ਲਿਆ। ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਮਨੀਸ਼ਾ ਗੁਲਾਟੀ ਦੀ ਟਰਮ ਨੂੰ ਪੰਜਾਬ ਸਰਕਾਰ ਨੇ 18 ਸਤੰਬਰ
2020 ਨੂੰ ਵਧਾਇਆ ਸੀਗਾ। ਸੋਸ਼ਲ ਸਿਕਿਉਰਿਟੀ ਵੂਮਨ ਐਂਡ ਚਾਈਲਡ ਵਿਭਾਗ ਦੁਆਰਾ ਜਾਰੀ ਹੁਕਮਾਂ ਦੇ ਮੁਤਾਬਕ ਸਰਕਾਰੀ ਨਿਯਮਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਐਸਾ ਨਿਯਮ ਨਹੀਂ ਹੈ, ਕਿ ਐਸਾ ਰੂਲ ਨਹੀਂ ਹੈ, ਕੋਈ ਐਸਾ ਬੰਦੋਬਸਤ ਨਹੀਂ ਹੈ, ਕੋਈ ਐਸਾ ਪ੍ਰਬੰਧ ਨਹੀਂ ਹੈ ਕਿ ਉਹਨਾਂ ਦੀ ਟਰਮ ਨੂੰ ਵਧਾਇਆ ਜਾ ਸਕੇ। ਇਸ ਕਰਕੇ ਹੁਣ ਉਹਨਾਂ ਦੇ ਚੇਅਰਪਰਸਨ ਬਣੇ ਰਹਿਣ ਦੇ ਹੁਕਮ ਨੂੰ ਵਾਪਸ ਲੈ ਲਿਆ ਗਿਆ ਹੈ। ਸੋ ਕਈ ਵਾਰੀ ਤੁਹਾਨੂੰ ਯਾਦ ਹੋਣਾ ਇਹ ਵਿਵਾਦਾਂ ਦੇ ਵਿੱਚ ਵੀ ਰਹੇ ਨੇ, ਤੇ ਪਹਿਲਾਂ ਉਹ ਕਾਂਗਰਸ ਦੇ ਵਿੱਚ ਸੀਗੇ, ਕਾਂਗਰਸ ਨੂੰ ਅਲਵਿਦਾ ਕਹਿ ਕੇ ਉਹ ਭਾਜਪਾ ਦੇ ਵਿੱਚ ਚਲੇ ਗਏ। ਕਾਂਗਰਸ ਛੱਡਦਾ ਹੀ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਤੇ ਨਿਸ਼ਾਨਾ ਸਾਧਿਆ ਸੀ। ਉਹਨਾਂ ਨੇ ਕਿਹਾ ਸੀਗਾ ਕਿ ਕਾਂਗਰਸ ਦੇ ਵਿੱਚ ਰਹਿੰਦਿਆਂ ਉਹਨਾਂ ਦੀ ਡਿਗਨਿਟੀ ਨੂੰ ਹਰਟ ਕੀਤਾ ਗਿਆ, ਹਿੰਦੂ ਹੋਣ ਕਰਕੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ, ਪਰਸਨਲ ਰੰਜਿਸ਼ ਕੱਢੀ ਜਾ ਰਹੀ ਹੈ। ਫਿਰ ਇਹਨਾਂ ਨੂੰ ਮੀ ਟੂ ਮਾਮਲੇ ਦੇ ਵਿੱਚ, ਜਿਹੜਾ ਚਰਨਜੀਤ ਸਿੰਘ ਚੰਨੀ ਦਾ ਮਾਮਲਾ ਸੀ, ਉਹਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਮੈਂ ਭੁੱਖ ਹੜਤਾਲ ਤੇ ਬਹਿ ਜਾਊਂਗੀ, ਮੈਂ ਇਹ ਕਰ ਦੂੰ, ਮੈਂ ਉਹ ਕਰ ਦੂੰ। ਪਰ ਜਦੋਂ ਕੈਪਟਨ ਸਾਹਿਬ ਨੂੰ ਲਾਤਾ, ਜਦੋਂ ਇਹ ਗੱਲਾਂ ਕਰਦੇ ਸੀ, ਉਦੋਂ ਕੈਪਟਨ ਮੁੱਖ ਮੰਤਰੀ ਸੀਗੇ। ਪਰ ਜਦੋਂ ਚਰਨਜੀਤ ਚੰਨੀ ਮੁੱਖ ਮੰਤਰੀ ਬਣੇ ਤਾਂ ਉਦੋਂ ਬੀਬੀ ਨੇ ਫਿਰ, ਬੀਬੀ ਜੀ ਕੁਸਕੇ ਵੀ ਨਹੀਂ, ਇਹਨਾਂ ਨੇ ਆਪਣੀਆਂ ਗੱਲਾਂ ਤੋਂ ਮੂੰਹ ਫੇਰ ਲਿਆ। ਉਹ ਛੱਡੋ ਜੀ ਪੁਰਾਣੀਆਂ ਗੱਲਾਂ ਨੂੰ। ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ, ਉੱਥੇ ਇੱਕ ਮਾਮਲਾ ਬੜਾ ਵਿਵਾਦਤ ਹੋਇਆ ਸੀਗਾ। ਇੱਕ ਕੁੜੀ ਕੁੜੀਆਂ ਦੀ ਵੀਡੀਓ ਬਣਾ ਰਹੀ ਸੀ ਵਿਦਿਆਰਥਣਾਂ ਦੀ। ਉਸ ਮਾਮਲੇ ਦੇ ਵਿੱਚ ਜਦੋਂ ਬਵਾਲ ਹੋਇਆ ਤਾਂ ਬੀਬੀ ਕੁਛ ਘੰਟਿਆਂ ਦੇ ਵਿੱਚ ਹੀ ਉਸ ਯੂਨੀਵਰਸਿਟੀ ਦੇ ਵਿੱਚ ਪਹੁੰਚ ਗਈ ਸੀ, ਤੇ ਉਸ ਯੂਨੀਵਰਸਿਟੀ ਦਾ ਜਿਹੜਾ ਚਾਂਸਲਰ ਹੈ, ਸਤਨਾਮ ਸਿੰਘ ਸੰਧੂ, ਜਿਹੜਾ ਕਰਤਾ ਧਰਤਾ ਹੈ, ਉਹ ਮੋਦੀ ਸਾਹਿਬ ਦੇ ਬੜਾ ਕਰੀਬ ਹੈ। ਜਨਮ ਦਿਨ ਚੰਗੇ ਮਨਾਉਂਦਾ ਰਹਿੰਦਾ, ਭਾਜਪਾ ਦੇ ਕੰਮਾਂ ਤੇ ਪੈਸੇ ਖਰਚਦਾ ਰਹਿੰਦਾ। ਬੀਬੀ ਕੁਛ ਘੰਟਿਆਂ ਦੇ ਵਿੱਚ ਹੀ ਉੱਥੇ ਜਾ ਕੇ ਕਹਿੰਦੀ ਕਿ ਕੁਛ ਨਹੀਂ ਹੋਇਆ ਯੂਨੀਵਰਸਿਟੀ ਦੇ ਵਿੱਚ, ਮੈਂ ਸਾਰਾ ਕੁਛ ਦੇਖ ਲਿਆ। ਹੁਣ ਤੁਸੀਂ ਦੱਸੋ ਵੀ ਬੀਬੀ ਕੋਈ ਐਸਆਈਟੀ ਚਲਾਉਂਦੀ ਹੈ? ਬੀਬੀ ਕੋਲੇ ਕੋਈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਕੋਈ ਸ਼ਾਖਾ ਹੈ ਕਿ ਇਹਨੇ ਕੁਛ ਘੰਟਿਆਂ ਦੇ ਵਿੱਚ ਹੀ ਉਹ ਸਾਰਾ ਮਸਲਾ ਸੁਲਝਾ ਲਿਆ? ਅਸਲ ਦੇ ਵਿੱਚ ਬੀਬੀ ਭਾਜਪਾ ਦੇ ਵਿੱਚ ਸੀ। ਭਾਜਪਾ ਵਾਲਿਆਂ ਨੇ ਕਿਹਾ ਕਿ ਬੀਬੀ ਜਾ ਆਪਣੀ ਯੂਨੀਵਰਸਿਟੀ, ਆਪਣੇ ਬੰਦੇ ਦੀ ਯੂਨੀਵਰਸਿਟੀ ਦੀ ਬੇਇੱਜ਼ਤੀ ਬਹੁਤ ਹੋਣੀ ਹੈ ਤੇ ਜਾ ਕੇ ਮੋਰਚਾ ਸੰਭਾਲ। ਪਰ ਉਸ ਤੋਂ ਬਾਅਦ ਇਹ ਬੀਬੀ ਦੀ ਕਾਫੀ ਫਜ਼ੀਅਤ ਹੋਈ, ਇਹਨਾਂ ਨੂੰ ਕਾਫੀ ਸਵਾਲਾਂ ਦਾ ਸਾਹਮਣਾ ਵੀ ਕਰਨਾ ਪਿਆ। ਲੋਕਾਂ ਨੂੰ ਫਿਰ ਪਤਾ ਲੱਗ ਗਿਆ ਕਿ ਬੀਬੀ ਜੀ ਪੋਲੀਟੀਕਲੀ ਜਿਹੜਾ ਉਹ ਇੱਥੇ ਇਸ ਪੋਲੀਟੀਕਲ ਮੰਤਵ ਦੇ ਨਾਲ ਇਸ ਯੂਨੀਵਰਸਿਟੀ ਦੇ ਮਸਲੇ ਦੇ ਵਿੱਚ ਵੜੇ ਸਨ। ਖੈਰ, ਆਪਣਾ ਕਿਸੇ ਵੀ ਪੋਲੀਟੀਕਲ ਬੰਦੇ ਦੇ ਨਾਲ ਕੋਈ ਨਿੱਜੀ ਤਾਂ ਰੰਜਿਸ਼ ਨਹੀਂ ਹੈ, ਪਰ ਜਿਹੜੇ ਲੋਕ ਸਟੈਂਡ ਬਦਲਦੇ ਨੇ, ਜਿਹੜੇ ਲੋਕ ਆਪਣੀ ਕਿਸੇ ਗੱਲ ਤੇ ਖੜ ਹੀ ਨਹੀਂ ਸਕਦੇ, ਜਿਹੜੇ ਲੋਕ ਹਰ ਚੀਜ਼ ਨੂੰ, ਹਰ ਗੱਲ ਨੂੰ, ਹਰ ਮਸਲੇ ਨੂੰ ਆਪਣੇ ਨਿੱਜੀ ਹਿੱਤਾਂ ਦੇ ਲਈ, ਆਪਣੀ ਸਿਰਫ ਚੇਅਰ ਦੇ ਲਈ ਵਰਤਦੇ ਨੇ, ਤਾਂ ਉਹਨਾਂ ਲੋਕਾਂ ਨੂੰ ਜਵਾਬਦੇਹ ਕਰਨਾ ਤਾਂ ਬਣਦਾ ਹੈ। ਇਹ ਕਿਸੇ ਕਲਾਕਾਰ ਦਾ ਮਸਲਾ ਹੋਵੇ, ਕਿਸੇ ਜੋੜੇ ਦਾ ਮਸਲਾ ਹੋਵੇ, ਕਿਸੇ ਉਹੇ ਜਿਹੇ ਜੋੜੇ ਦਾ ਜਿਹੜਾ ਸੋਸ਼ਲ ਮੀਡੀਆ ਤੇ ਵਾਇਰਲ ਹੋਵੇ, ਤਾਂ ਬੀਬੀ ਜੀ ਬੜੇ ਐਕਟਿਵ ਹੋ ਜਾਂਦੇ ਸਨ। ਪਰ ਪੰਜਾਬ ਦੇ ਵਿੱਚ ਤਾਂ ਬੀਬੀਆਂ ਦੇ ਨਾਲ ਪੋਲਿਟਿਕਸ ਦੇ ਵਿੱਚ ਹੀ ਬੜੀਆਂ ਧੱਕੇਸ਼ਾਹੀਆਂ ਹੋਈਆਂ। ਕਦੇ ਬੀਬੀ ਜੀ ਉਹਨਾਂ ਮਸਲਿਆਂ ਤੇ ਨਹੀਂ ਬੋਲੇ। ਕਦੇ ਬੀਬੀ ਜੀ ਦਿੱਲੀ ਦੇ ਵਿੱਚ ਜਿਹੜੀ ਘਟਨਾ ਵਾਪਰ ਕੇ ਹਟੀ ਹੈ, ਇੱਕ ਕੁੜੀ ਨੂੰ ਖਿੱਚਿਆ ਗਿਆ ਕਾਰ ਦੇ ਨਾਲ 12-13 ਕਿਲੋਮੀਟਰ, ਉਧਰ ਦੋਸ਼ ਲੱਗ ਰਹੇ ਨੇ ਹਰਿਆਣੇ ਦੀ ਭਾਜਪਾ ਸਰਕਾਰ ਦੇ ਖੇਡ ਮੰਤਰੀ ਉੱਤੇ, ਉਹਨਾਂ ਬਾਰੇ। ਹੁਣੇ ਲੰਘੇ ਦਿਨੀ ਪੰਜਾਬ ਦੇ ਵੱਡੇ ਮੁਕਾਬਲਿਆਂ ਦੇ ਵਿੱਚ ਜੇਤੂ ਵੱਡੇ ਪਹਿਲਵਾਨ, ਜਿਹੜੇ ਨਾਮੀ ਪਹਿਲਵਾਨ ਕੁੜੀਆਂ, ਜਿਨ੍ਹਾਂ ਨੇ ਓਲੰਪਿਕ ਦੇ ਵਿੱਚ ਭਾਰਤ ਦੀ ਜਿਹੜੀ ਅਗਵਾਈ ਕੀਤੀ ਹੈ, ਉਹਨਾਂ ਕੁੜੀਆਂ ਨੇ ਬੜੇ ਸੰਗੀਨ ਦੋਸ਼ ਲਾਏ। ਜਿਹੜਾ ਓਲੰਪਿਕ ਐਸੋਸੀਏਸ਼ਨ ਦਾ ਪ੍ਰਧਾਨ ਹੈ, ਉਹਦੇ ਉੱਤੇ ਬ੍ਰਿਜ ਭੂਸ਼ਣ, ਬ੍ਰਿਜ ਭੂਸ਼ਣ ਸਿੰਘ ਨਾਮ ਆ ਉਹਦਾ, ਭਾਜਪਾ ਦਾ ਲੋਕ ਸਭਾ ਮੈਂਬਰ ਹੈ ਉੱਤਰ ਪ੍ਰਦੇਸ਼ ਤੋਂ। ਉਹਦੇ ਤੇ ਜਦੋਂ ਐਲੀਗੇਸ਼ਨ ਲਾਏ, ਉਦੋਂ ਬਾਅਦ ਬੀਬੀ ਜੀ ਜਿਹੜੇ ਪੰਜਾਬ ਦੇ ਮਹਿਲਾ ਆਯੋਗ ਦੇ ਚੇਅਰਪਰਸਨ ਹੀ ਸੀਗੇ, ਇਹਨਾਂ ਨੇ ਕੁਛ ਨਹੀਂ ਬੋਲਿਆ। ਸੋ ਜਿਹੜੀ ਇੱਕ ਹੁੰਦੀ ਆ ਹਰ ਮਸਲੇ ਤੇ ਬੰਦਾ ਅਪਰੋਚ ਕਰਦਾ ਹੈ, ਇੱਕ ਹੁੰਦੀ ਹੈ ਸਿਲੈਕਟਿਵ ਅਪਰੋਚ। ਇਹ ਬੀਬੀ ਜੀ ਦੀ ਸਿਲੈਕਟਿਵ ਅਪਰੋਚ ਸੀ। ਇਹ ਇੱਕ ਪੰਜਾਬ ਦੀ ਮਹਿਲਾ ਆਯੋਗ ਦੀ ਚੇਅਰਪਰਸਨ ਵਜੋਂ ਘੱਟ ਵਿਚਰਦੇ ਸਨ, ਤੇ ਇੱਕ ਪੋਲੀਟੀਕਲ ਹਸਤੀ ਵਜੋਂ ਜ਼ਿਆਦਾ ਵਿਚਰਦੇ ਸਨ। ਇਹਨਾਂ ਦੀਆਂ ਵੀਡੀਓਜ਼ ਤੁਹਾਨੂੰ ਹਲੇ ਵੀ ਮਿਲ ਜਾਣਗੀਆਂ, ਇੰਟਰਨੈਟ ਉੱਤੇ ਕਾਫੀ ਵਾਇਰਲ ਨੇ। ਕਬੱਡੀ, ਮਾਂ ਖੇਡ ਕਬੱਡੀ ਦੇ ਨਾਲ ਜੁੜੀਆਂ 2 ਖਬਰਾਂ ਆਪਾਂ ਪਹਿਲਾਂ ਹੀ ਸਾਂਝੀਆਂ ਕਰਕੇ ਹਟੇ ਹਾਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ। ਖਬਰ ਤੇ ਨਜ਼ਰ ਦੇ ਵਿੱਚ ਅਮਰੀਕ ਖੋਸਾ ਕੋਟਲਾ, ਜਿਹੜੇ ਕਿ ਕਬੱਡੀ ਕਮੈਂਟੇਟਰ ਨੇ, ਉਹਨਾਂ ਦੇ ਉੱਤੇ ਹਮਲਾ ਹੋਇਆ, ਤੇ ਇਹਦੇ ਨਾਲ ਹੀ ਇੱਕ ਕਬੱਡੀ ਖਿਡਾਰੀ ਦੀ ਮੌਤ ਵੀ ਹੋਈ ਆ ਓਵਰਡੋਜ਼ ਕਰਕੇ। ਤੇ ਲੰਘੇ ਦਿਨੀ ਇੱਕ ਖਬਰ ਸਾਂਝੀ ਕੀਤੀ ਸੀ, ਕੈਨੇਡਾ ਦੇ ਵਿੱਚ ਕਬੱਡੀ ਖਿਡਾਰੀ ਅਮਰਪ੍ਰੀਤ ਅਮਰੀਪੱਤੋ ਦੀ ਮੌਤ ਹੋਈ ਸੀ। 17 ਜਨਵਰੀ ਦੀ ਗੱਲ ਹੈ। ਹੁਣ ਉਹਨੂੰ ਆਪਣੇ ਜਿਹੜਾ ਪਤਨੀ ਕੋਲੇ ਗਿਆ ਕੈਨੇਡਾ, ਸਿਰਫ 1 ਮਹੀਨਾ ਹੀ ਹੋਇਆ ਸੀਗਾ। ਉਹਨਾਂ ਦੀ ਹੁਣ ਮ੍ਰਿਤਕ ਦੇਹ ਕੈਨੇਡਾ ਦੇ ਵਿੱਚ ਪਈ ਹੈ, ਤੇ ਉੱਧਰ ਉਸ ਦੇ ਮਾਪਿਆਂ ਕੋਲ ਆਪਣੇ ਪੁੱਤਰ ਦੇ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਜਾਂ ਲਾਸ਼ ਨੂੰ ਇੱਥੇ ਲਿਆਉਣ ਜੋਗੀ ਪੂੰਜੀ ਨਹੀਂ ਹੈ। ਅਮਰਪ੍ਰੀਤ ਦੇ ਪਿਤਾ ਬਲਦੇਵ ਸਿੰਘ ਤੇ ਮਾਤਾ ਰਜਿੰਦਰ ਕੌਰ ਨੇ ਅੱਥਰੂ ਕੇਰਦਿਆਂ ਕਿਹਾ ਕਿ ਉਹਨਾਂ ਨੇ ਆਪਣੇ ਪੁੱਤਰ ਦੇ ਰੌਸ਼ਨ ਭਵਿੱਖ ਦੇ ਲਈ ਉਸ ਨੂੰ ਵਿਦੇਸ਼ ਭੇਜਣ ਦੇ ਲਈ 32 ਲੱਖ ਰੁਪਈਆ ਖਰਚ ਕੀਤਾ ਸੀ। ਜ਼ਮੀਨ ਵੀ ਵਿਕ ਗਈ ਸੀ,
ਕਿ ਵਿਆਹ ਤੋਂ ਬਾਅਦ ਉਹਦੀ ਪਤਨੀ ਸਰੀ ਚਲੀ ਗਈ ਸੀ ਤੇ ਅਮਰੀ ਵੀ ਮਹਿਜ਼ ਮਹੀਨਾ ਪਹਿਲਾਂ ਹੀ ਉੱਥੇ ਪਹੁੰਚਿਆ ਸੀ। ਦਿਲ ਦਾ ਦੌਰਾ ਪੈਣ ਕਰਕੇ ਉਹਦਾ ਦੇਹਾਂਤ ਹੋ ਗਿਆ। ਹੁਣ ਮਾਪਿਆਂ ਦੇ ਭਲੇ ਦਿਨਾਂ ਦੀ ਆਸ ਦਾ ਸੂਰਜ ਡੁੱਬ ਗਿਆ ਤੇ ਅੱਖਾਂ ਦੀਆਂ ਤਾਰਾਂ, ਜਿਗਰ ਦਾ ਟੋਟਾ ਵੀ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਹੁਣ ਉਹ ਕਹਿੰਦੇ ਕਿ ਸਾਡੇ ਕੋਲੇ ਆਖਰੀ ਵਾਰ ਪੁੱਤਰ ਦਾ ਮੂੰਹ ਦੇਖਣ ਦੇ ਲਈ ਵੀ ਕੈਨੇਡਾ ਜਾਣ ਜੋਗੇ ਪੈਸੇ ਨਹੀਂ ਤੇ ਨਾ ਹੀ ਉਹ ਲਾਸ਼ ਨੂੰ ਪਿੰਡ ਮੰਗਵਾ ਸਕਦੇ ਨੇ। ਸੋ ਉਹ ਕਹਿੰਦੇ ਜਦੋਂ ਸਾਡੇ ਪੁੱਤ ਦੀ ਚੜ੍ਹਤ ਸੀ ਤਾਂ ਹਰ ਕੋਈ ਉਹਨਾਂ ਦੇ ਘਰੇ ਆ ਕੇ ਖੜਦਾ ਬਹਿੰਦਾ ਸੀ, ਹਾਲ ਚਾਲ ਪੁੱਛਦਾ ਸੀ, ਪਰ ਹੁਣ ਕਿਸੇ ਨੂੰ ਸਾਡਾ ਘਰ ਨਹੀਂ ਦਿਸਦਾ। ਸੋ ਇਹ ਵੀ ਇੱਕ ਦੁਖਾਂਤ ਹੈ। ਜਿਹੜੇ ਲੋਕ ਇਸ ਤਰ੍ਹਾਂ ਜਿਨ੍ਹਾਂ ਦੇ ਬੱਚੇ ਰੌਸ਼ਨ ਭਵਿੱਖ ਦੇ ਲਈ ਪਰਦੇਸੀ ਚਲੇ ਜਾਂਦੇ ਨੇ, ਬਾਅਦ ਦੇ ਵਿੱਚ ਉਹਨਾਂ ਕੋਲੇ ਪੂੰਜੀਆਂ ਨਹੀਂ ਬਚਦੀਆਂ ਤੇ ਕਿਸੇ ਨਾਲ ਵੀ ਕੋਈ ਐਸਾ ਦਰਦਨਾਕ ਹਾਦਸਾ ਜਾਂ ਉਹ ਜਿਹੜੀ ਚੀਜ਼ ਕਿਆਸੀ ਨਹੀਂ ਉਹ ਵਾਪਰ ਜਾਵੇ ਤਾਂ ਫਿਰ ਉਹਨਾਂ ਹਾਲਾਤਾਂ ਦੇ ਵਿੱਚੋਂ ਨਿਕਲਣਾ ਬਹੁਤ ਔਖਾ ਹੈ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਆਪ ਆਗੂ ਦੀ, ਆਮ ਆਦਮੀ ਪਾਰਟੀ ਦੇ ਆਗੂ ਦੀ। ਨਸ਼ਾ ਤਸਕਰਾਂ ਨੂੰ ਛੁਡਵਾਉਣ ਦੇ ਲਈ ਰਿਸ਼ਵਤ ਲੈਣ ਵਾਲਾ ਆਪ ਆਗੂ ਗ੍ਰਿਫਤਾਰ ਹੋਇਆ। ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਦੀ ਉਸ ਸਮੇਂ ਫੂਕ ਨਿਕਲ ਗਈ ਜਦੋਂ ਦੋ ਨਸ਼ਾ ਤਸਕਰਾਂ ਨੂੰ ਛੁਡਵਾਉਣ ਦੇ ਬਦਲੇ ਕਥਿਤ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਸੱਤਾਧਾਰੀ ਧਿਰ ਦੇ ਇੱਕ ਆਗੂ ਨੂੰ ਗ੍ਰਿਫਤਾਰ ਕਰ ਲਿਆ। ਸਪੈਸ਼ਲ ਸਟਾਫ ਬਠਿੰਡਾ ਦੀ ਟੀਮ ਵੱਲੋਂ ਬੀਤੇ ਦਿਨੀ ਵੱਡੀ ਮਾਤਰਾ ਦੇ ਵਿੱਚ ਨਸ਼ੀਲੀਆਂ ਗੋਲੀਆਂ ਸਣੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਨੂੰ ਛੁਡਵਾਉਣ ਦੇ ਲਈ ਉਕਤ ਆਪ ਆਗੂ ਅਤੇ ਇੱਕ ਕਾਉਂਸਲਰ ਨੇ ਕਥਿਤ ਤੌਰ ਤੇ 2 ਲੱਖ ਰੁਪਏ ਦੀ ਰਿਸ਼ਵਤ ਲਈ। ਦਿਆਲਪੁਰਾ ਭਾਈਕਾ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕੇਸ ਦਰਜ ਕੀਤਾ ਹੈ ਤੇ ਕੋਠਾ ਗੁਰੂ ਦੇ ਆਪ ਆਗੂ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਉਸ ਦਾ ਸਾਥੀ ਕਾਉਂਸਲਰ ਗ੍ਰਿਫਤ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਇਹ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਮੁਲਜ਼ਮ ਕੁਲਦੀਪ ਸਿੰਘ ਤੇ ਉਹਦੀ ਮਾਤਾ ਪਾਲ ਕੌਰ ਨੇ ਦੱਸਿਆ ਕਿ ਇਹਨਾਂ ਨੇ ਦੋਨਾਂ ਜਣਿਆਂ ਨੇ ਉਸ ਦੇ ਪੁੱਤਰ ਨੂੰ ਛੁਡਵਾਉਣ ਦੇ ਲਈ 15 ਲੱਖ ਰੁਪਏ ਦੀ ਮੰਗ ਕੀਤੀ ਸੀ ਤੇ 5 ਲੱਖ ਰੁਪਏ ਦੇ ਵਿੱਚ ਇਹਨਾਂ ਦਾ ਸੌਦਾ ਤੈਅ ਹੋ ਗਿਆ ਸੀ। 2 ਲੱਖ ਰੁਪਏ ਉਧਾਰ ਲੈ ਕੇ ਇਹਨਾਂ ਵਿਅਕਤੀਆਂ ਨੂੰ ਦਿੱਤੇ ਤੇ ਬਾਕੀ 3 ਲੱਖ ਰੁਪਏ ਕੁਲਦੀਪ ਨੂੰ ਛੱਡਣ ਤੋਂ ਬਾਅਦ ਦੇਣੇ ਸੀ। ਇਸ ਆਪ ਆਗੂ ਦਾ ਨਾਂ ਜਸਵੀਰ ਸਿੰਘ ਤੇ ਵਾਸੀ ਕੋਠਾ ਗੁਰੂ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨੂੰ ਤਾਂ ਗ੍ਰਿਫਤਾਰ ਕਰ ਲਿਆ ਤੇ ਇਹਦਾ ਜਿਹੜਾ ਕਾਉਂਸਲਰ ਸਾਥੀ ਹੈ ਜਸਵੰਤ ਸਿੰਘ, ਉਹ ਅਜੇ ਗ੍ਰਿਫਤ ਤੋਂ ਬਾਹਰ ਹੈ। ਪੈਸੇ ਦੇ ਲੈਣ ਦੇਣ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇੱਕ ਆਡੀਓ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਚਰਚਾ ਦੇ ਵਿੱਚ ਆਇਆ ਸੀਗਾ। ਸੋ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ ਯੂਐਸਏ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਨਾਲ-ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਬਾਰੇ ਦਿੱਤੀਆਂ ਜਾਣੀਆਂ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।